ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਪਹਿਲੀ ਗੱਲਬਾਤ ਕਰਨੀ, ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਪਹਿਲਾਂ ਵਾਲੀਆਂ ਰੱਖੀਆਂ, ਕੋਈ ਵਧੀਆਂ ਜਾਂ ਘਟਾਈਆਂ ਨਹੀਂ। ਦੂਜੀ ਗੱਲਬਾਤ ਕਰਨੀ ਹੈ, ਘਰ ਖਰੀਦਣ ਸੰਬੰਧੀ ਲੋਕ ਹੁਣ ਕੈਨੇਡਾ 'ਚ ਸੋਚਣ ਲੱਗ ਪਏ ਵੀ ਇਹ ਔਖਾ ਕੰਮ ਆ, ਮੁਸ਼ਕਲ ਹੋ ਗਿਆ, ਨਹੀਂ ਖਰੀਦਿਆ ਜਾਣਾ। ਤੀਜੀ ਗੱਲਬਾਤ, ਕੈਨੇਡਾ ਦੇ ਵਿੱਚ ਕੁਝ ਥਾਵਾਂ ਦੇ ਉੱਤੇ 4 ਦਿਨ ਦਾ ਹਫ਼ਤਾ ਸ਼ੁਰੂ ਹੋ ਗਿਆ ਔਰ ਕਈ ਹੁਣ ਥਾਵਾਂ ਆ ਜਿੱਥੇ 4 ਦਿਨ ਦਾ ਹਫ਼ਤਾ ਚੱਲਣ ਲੱਗ ਪਿਆ। ਪੰਜਵੀਂ ਗੱਲਬਾਤ ਕਰਨੀ ਹੈ, ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਓ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਤੇ ਦੋਸ਼ ਲਾਏ ਆ ਵੀ ਇਹ ਜਾਂਚ ਫੋਰਨ ਇੰਟਰਫੀਅਰੈਂਸ ਦੀ ਜਾਣ ਕੇ ਨਹੀਂ ਕਰਵਾ ਰਿਹਾ। ਅਗਲੀ ਗੱਲਬਾਤ, ਨੋਵਾ ਸਕੋਸ਼ੀਆ ਸੂਬੇ ਨੇ ਫੋਰਨ ਡਾਕਟਰਾਂ ਦੇ ਮਾਮਲੇ 'ਚ ਪਹਿਲ ਕੀਤੀ ਹੈ ਵੀ ਜਿਹੜੇ ਅਮਰੀਕਾ ਤੋਂ ਆਏ ਡਾਕਟਰ ਆ ਉਹਨਾਂ ਨੂੰ ਸਿੱਧਾ ਇਹ ਆਪਣੇ ਨੌਕਰੀ ਦੇ ਰਹੇ ਆ। ਇੱਕ ਏਅਰਬੀਐਨਬੀ ਦੇ ਵਿੱਚ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ, ਇਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਅਤੇ ਇੱਕ ਵਿਗਿਆਨੀਆਂ ਨੇ ਹਜ਼ਾਰਾਂ ਸਾਲ ਪੁਰਾਣਾ ਵਾਇਰਸ ਜਿਉਂਦਾ ਕੀਤਾ, ਇਹ ਕੀ ਮਾਮਲਾ ਆ। ਦਿਮਾਗ ਕੌਰ ਨੇ ਅਸਤੀਫੇ ਦਾ ਐਲਾਨ ਕੀਤਾ ਹੈ ਅਤੇ ਰੌਕਸਮ ਲਾਂਘੇ ਸੰਬੰਧੀ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਹੈ। ਸਭ ਤੋਂ ਪਹਿਲੀ ਗੱਲਬਾਤ ਬੈਂਕ ਆਫ ਕੈਨੇਡਾ ਦੇ ਵਿਆਜ ਦਰਾਂ ਬਾਰੇ। ਲੋਕਾਂ ਦੀ ਨਿਗਾਹ ਇਸ ਵੇਲੇ ਬੈਂਕ ਆਫ ਕੈਨੇਡਾ ਦੇ ਉੱਤੇ ਟਿਕੀ ਸੀ। 8 ਵਾਰੀਆਂ ਹੋ ਗਈਆਂ ਲਗਾਤਾਰ ਜਦੋਂ ਵੀ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੁੰਦੀ ਆ, 8 ਵਾਰੀ ਸਾਲ 'ਚ ਮੀਟਿੰਗ ਹੁੰਦੀ ਆ ਅਤੇ ਉਸ ਮੀਟਿੰਗ ਦੇ ਵਿੱਚ ਹਰ ਵਾਰੀ ਵਿਆਜ ਵੱਧ ਜਾਂਦਾ ਅਤੇ ਵਿਆਜ ਵੱਧਦਾ ਇਸ ਵੇਲੇ 0.25 ਹੁੰਦਾ ਸੀ ਕਿਸੇ ਵੇਲੇ ਜਿਹੜਾ, ਅਤੇ ਉੱਥੋਂ ਵੱਧਦਾ ਇਸ ਵੇਲੇ ਇਹ 4.5% ਦੇ ਉੱਤੇ ਪਹੁੰਚ ਚੁੱਕਿਆ ਹੈ। ਅਤੇ ਲੋਕ ਐਤਕੀ ਇਹ ਕਹਿੰਦੇ ਸੀ ਵੀ ਜੇ ਇਹਦੇ ਤੋਂ ਜ਼ਿਆਦਾ ਵੱਧ ਗਿਆ ਤਾਂ ਲੋਕਾਂ ਦੀ ਬੱਸ ਹੋ ਜਾਣੀ ਆ, ਲੋਕਾਂ ਦੀ ਪਹਿਲਾਂ ਹੀ ਬਹੁਤ ਬੁਰੀ ਹਾਲਤ ਆ। ਇਹ ਵੀ ਲੋਕਾਂ ਨੂੰ ਪੱਕਾ ਪਤਾ ਸੀ ਜਾਂ ਬਹੁਤ ਸਾਰੇ ਮਾਹਰ ਅੰਦਾਜ਼ਾ ਪਹਿਲਾਂ ਹੀ ਦੱਸੀ ਜਾਂਦੇ ਸੀ ਵੀ ਘਟਣੇ ਨਹੀਂ ਇਹ। ਹਾਂ, ਇੰਨਾ ਹੋ ਸਕਦਾ ਵੀ ਸਰਕਾਰ ਰੋਕ ਲਊਗੀ, ਵਧਾਊਗੀ ਨਹੀਂ, ਜਾਂ 0.25% ਵਧਾ ਦਊਗੀ, ਪਰ ਅੱਜ ਹੋਇਆ ਇਹ ਕਿ ਬੈਂਕ ਆਫ ਕੈਨੇਡਾ ਨੇ ਇਹਨੂੰ ਓਨਾ ਹੀ ਮੇਨਟੇਨ ਕੀਤਾ। ਜਿਹੜਾ ਪੋਲਿਸੀ ਰੇਟ ਆ 4.5% ਦੇ ਉੱਤੇ 8 ਵਾਧੇ ਲਗਾਤਾਰ ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੇ ਲਗਾਤਾਰ ਹੋਏ ਆ। ਇਹ ਜਿਹੜਾ ਰੁਕਣਾ ਆ ਇਹਨਾਂ ਦਾ ਸੈਂਟਰਲ ਬੈਂਕ ਦਾ, ਜਨਵਰੀ ਦੇ ਵਿੱਚ ਇਹਨਾਂ ਨੇ ਹਿੰਟ ਥੋੜ੍ਹਾ ਜਿਹਾ ਦੇ ਦਿੱਤਾ ਸੀ ਵੀ ਅਸੀਂ ਰੁਕ ਜਾਵਾਂਗੇ, ਕਿ ਜਿਹਦੇ ਨਾਲ ਪੂਰਾ ਇੰਪੈਕਟ ਜਿਹੜਾ ਜੋ ਕੁਛ ਇਹਨਾਂ ਨੇ ਪਹਿਲਾਂ ਕੀਤਾ ਉਹਦਾ ਕੈਨੇਡੀਅਨ ਇਕੋਨਮੀ ਦੇ ਉੱਤੇ ਹਜੇ ਪੂਰਾ ਇੰਪੈਕਟ ਪਿਆ ਨਹੀਂ, ਜਾਂ ਇਹ ਦੇਖਣਗੇ ਵੀ ਇਹਦਾ ਅਸਰ ਹੋਇਆ ਕੀ ਹੈ। ਕਿਉਂਕਿ ਪਿਛਲੀ ਮਾਰਚ ਤੋਂ ਇਹਨਾਂ ਨੇ ਰੇਟ ਵਧਾਉਣੇ ਸ਼ੁਰੂ ਕੀਤੇ ਆ, ਉਦੋਂ ਤੋਂ ਰੇਟ ਵੱਧਦੇ 8 ਵਾਰੀ ਵਧਾ ਦਿੱਤੇ, ਅਤੇ ਉਹਦਾ ਅਸਰ ਇੱਕ ਦਿਨ ਤਾਂ ਹੋ ਨਹੀਂ ਜਾਂਦਾ ਕਿ ਅੱਜ ਇਹਨਾਂ ਨੇ ਰੇਟ ਵਧਾਇਆ ਅਤੇ ਨਾਲ ਹੀ ਅਗਲੇ ਦਿਨ ਹੀ ਅਸਰ ਪੈ ਜਾਵੇ। ਉਹਨੂੰ ਕੁਛ ਸਮਾਂ ਲੱਗਦਾ, ਕੁਛ ਮਹੀਨੇ ਲੱਗਦੇ ਆ ਮਾਰਕੀਟ ਦੇ ਵਿੱਚ ਉਹਦਾ ਅਸਰ ਪੈਣ ਦੇ ਲਈ। ਉਸ ਅਸਰ ਨੂੰ ਇਹ ਦੇਖਦੇ ਆ ਵੀ ਜੇ ਕੀ ਉਹ ਅਸਰ ਪੈ ਚੁੱਕਾ ਜਾਂ ਨਹੀਂ ਪੈ ਚੁੱਕਾ। ਹੁਣ ਇਹਨਾਂ ਨੇ ਅੱਜ ਇੱਥੇ ਰੁਕ ਜਾਣਾ ਆ, ਰੁਕ ਗਏ ਆ, ਅਤੇ ਕੁਛ ਕਿਉਂਕਿ ਮਾਹਰ ਕਹਿੰਦੇ ਆ ਕਿ ਜਿਹੜੇ ਪਹਿਲਾਂ ਹੀ ਰੇਟ ਵਧਾਏ ਆ ਉਹਦਾ ਅਸਰ ਹਜੇ ਤੱਕ ਪੂਰਾ ਨਹੀਂ ਪਿਆ, ਉਹਦਾ ਅਸਰ ਹੌਲੀ ਹੌਲੀ ਪਊਗਾ ਅਤੇ ਫਿਰ ਇਹਨਾਂ ਨੂੰ ਸਮਝ ਆਊਗੀ ਕਿ ਕਿੰਨਾ ਕੁ ਵੱਡਾ ਕਿੱਥੇ ਤੱਕ ਇਹ ਜਾਣਾ ਚਾਹੁੰਦੇ ਆ। ਕੈਨੇਡੀਅਨ ਇਕੋਨਮੀ ਦੀ ਜਿਹੜੀ ਗਰੋਥ ਆ ਪਿਛਲੇ ਕੁਆਰਟਰ ਦੇ ਵਿੱਚ ਰੁਕ ਗਈ ਸੀਗੀ, ਕਿਉਂਕਿ ਜਿਹੜੀਆਂ ਮਨੀ ਪੋਲਿਸੀਜ਼ ਆ, ਸਪੈਂਡਿੰਗ ਆ, ਬਿਜ਼ਨਸ ਇਨਵੈਸਟਮੈਂਟ ਆ, ਉਹਦੇ ਉੱਤੇ ਅਸਰ ਪਿਆ ਸੀ। ਇਸ ਵੇਲੇ ਮਹਿੰਗਾਈ ਦੀ ਦਰ 5.9% ਆ, ਜਿਹਦਾ ਮਤਲਬ ਇਹ ਆ ਕਿ ਇਹ ਘਟੀ ਆ ਅੱਗੇ ਨਾਲੋਂ। ਐਨਰਜੀ ਜਾਂ ਡਿਊਰੇਬਲ ਗੁਡਸ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਉਹਨਾਂ ਦੀਆਂ ਕੀਮਤਾਂ ਘਟੀਆਂ। ਇਹ ਸਾਰੇ ਕੁਛ ਦੇ ਬਾਵਜੂਦ ਜਿਹੜੀਆਂ ਭੋਜਨ, ਫੂਡ ਅਤੇ ਸ਼ੈਲਟਰ, ਇਹਨਾਂ ਦੀਆਂ ਕੀਮਤਾਂ ਨਹੀਂ ਘਟ ਰਹੀਆਂ ਅਤੇ ਇਹਨਾਂ ਦੀ ਜਿਹੜੀ ਇਨਫਲੇਸ਼ਨ ਆ 10.5% ਤੋਂ ਉੱਤੇ ਦੱਸੀ ਜਾ ਰਹੀ ਹੈ। ਸੈਂਟਰਲ ਬੈਂਕ ਬੜੀ ਕੌਨਫੀਡੈਂਟ ਆ ਇਸ ਗੱਲ ਦੇ ਉੱਤੇ, ਜਦੋਂ ਉਹਨਾਂ ਨੇ ਪ੍ਰੋਜੈਕਸ਼ਨ ਕੀਤੀ ਆ ਕਿ ਇਨਫਲੇਸ਼ਨ ਇਸ ਸਾਲ ਦੇ ਵਿੱਚ ਥੱਲੇ ਆ ਜੂਗੀ। ਉਹਨਾਂ ਨੂੰ ਯਕੀਨ ਆ ਕਿ ਜਿੰਨੀ ਵਾਰੀ ਅਸੀਂ ਪਹਿਲਾਂ ਰੇਟ ਵਧਾਏ ਇਹਦਾ ਅਸਰ ਹੌਲੀ ਹੌਲੀ ਹੋਣਾ ਸ਼ੁਰੂ ਹੋ ਜਾਣਾ। ਜਿਹੜਾ ਲੇਟੈਸਟ ਡਾਟਾ ਇਸ ਵੇਲੇ ਦੱਸ ਰਿਹਾ ਹੈ ਬੈਂਕ ਦੀਆਂ ਇਹਨਾਂ ਚੀਜ਼ਾਂ ਦਾ, ਕਿ ਇਨਫਲੇਸ਼ਨ ਜਿਹੜੀ ਆ 3% ਦੇ ਨੇੜੇ ਹੈ, ਸਾਲ ਦੇ ਮਿਡਲ ਵਿੱਚ ਹੋ ਜਾਊਗੀ। ਦੂਜੇ ਪਾਸੇ ਕੈਨੇਡੀਅਨ ਲੇਬਰ ਮਾਰਕੀਟ ਬਹੁਤ ਟਾਈਟ ਆ, 1.5 ਲੱਖ ਨਵੀਆਂ ਜੌਬਸ ਜਨਵਰੀ ਦੇ ਵਿੱਚ ਐਡ ਹੋਈਆਂ ਅਤੇ ਅਨਐਮਪਲੋਇਮੈਂਟ ਹਿਸਟੋਰਿਕ ਲੋ ਆ 5% ਦੇ ਉੱਤੇ। ਮਤਲਬ ਇੰਨਾ ਕਦੇ ਹੋਇਆ ਹੀ ਨਹੀਂ ਕਿ ਜਿਹੜੇ ਵਰਕਰਾਂ ਦੀ ਘਾਟ ਹੋਵੇ ਜਿੰਨੀ ਇਸ ਵੇਲੇ ਆ। 1.5 ਲੱਖ ਨੌਕਰੀ ਪਿਛਲੇ ਮਹੀਨੇ ਦੇ ਵਿੱਚ, ਉਹ ਤੋਂ ਪਿਛਲੇ ਮਹੀਨੇ ਜਨਵਰੀ ਦੇ ਵਿੱਚ ਐਡ ਹੋਈ ਦੱਸੀ ਜਾ ਰਹੀ ਹੈ। ਵੇਜਸ ਲੋਕਾਂ ਦੇ ਵੱਧ ਰਹੇ ਆ, 4 ਤੋਂ 5% ਵਧੇ ਆ, ਅਤੇ ਸੈਂਟਰਲ ਬੈਂਕ ਇਹ ਆਸ ਕਰਦੀ ਹੈ ਕਿ ਜਿਹੜਾ ਲੇਬਰ ਮਾਰਕੀਟ ਦਾ ਪ੍ਰੈਸ਼ਰ ਆ ਉਹਦੇ ਨਾਲ ਹੌਲੀ ਹੌਲੀ ਕੁਛ ਨਾ ਕੁਛ ਫਰਕ ਪਊਗਾ। ਹੁਣ ਜਦੋਂ ਰਿਸੈਸ਼ਨ ਦੀ ਗੱਲਬਾਤ ਚੱਲਦੀ ਆ, ਰੌਲਾ ਕੀ ਆ ਕਿ ਜਦੋਂ ਤਾਂ ਰਿਸੈਸ਼ਨ ਹੁੰਦਾ ਉਸ ਵੇਲੇ ਕੰਮ ਨਹੀਂ ਹੁੰਦੇ, ਲੋਕ ਮਿੰਨਤਾਂ ਕਰਦੇ ਹੁੰਦੇ ਸਾਨੂੰ ਕੰਮ ਦੇ ਦਿਓ, ਪਰ ਕੰਮ ਲੱਭਦਾ ਨਹੀਂ। ਸਰਕਾਰ ਇੱਕ ਤਰੀਕੇ ਦੇ ਨਾਲ ਹਲਕਾ ਜਿਹਾ, ਜਾਂ ਜਿਹੜੀ ਸੈਂਟਰਲ ਬੈਂਕ ਆ ਉਹ ਹੌਲੀ ਹੌਲੀ ਇਹਦਾ ਰਿਸੈਸ਼ਨ ਲਿਆਉਣਾ ਚਾਹੁੰਦੀ ਆ, ਜਾਂ ਮਾਰਕੀਟ ਨੂੰ ਸਲੋਅ ਕਰਨਾ ਚਾਹੁੰਦੀ ਹੈ ਵੀ ਲੋਕ ਜਿਹੜੇ ਧੜ ਪੈਸੇ ਕੱਢ ਕੇ ਚੀਜ਼ਾਂ ਖਰੀਦੀ ਜਾਂਦੇ, ਨਾ ਖਰੀਦਣ, ਰੁਕ ਜਾਣ ਥੋੜ੍ਹਾ ਚਿਰ, ਅਤੇ ਜਦੋਂ ਨਹੀਂ ਖਰੀਦਣਗੇ ਮਾਰਕੀਟ ਦੇ ਵਿੱਚ ਪਿੱਛੋਂ ਚੀਜ਼ਾਂ ਆ ਜਾਣਗੀਆਂ ਤਾਂ ਮਾਰਕੀਟ ਥੋੜ੍ਹੀ ਜਿਹੀ ਸਟੇਬਲ ਹੋ ਜੂਗੀ, ਹਿਸਾਬ ਕਿਤਾਬ ਬਰਾਬਰ ਚੱਲਣ ਲੱਗ ਜੂਗਾ।
नहीं तो जिन्ने लोगों कोल पैसे आ वो आई जाते आ तो वो खरीदी जाते। हुण इसे तरह ही होया, व्याज दरां वधाउण दे नाल लोकां कोले खरीदो फरोख्त रुक गई है और इत्थे तक रुक गई है भी खाण वालीआं चीज़ां दी भी लोकां नूं फिक्र पै गया भी ये कित्थों रोटी पानी कित्थों खाना है। पर फिर भी ਇਹਦੇ ਨਾਲ ਕੀ ਹੋਊਗਾ, ਜਿਹੜੀ ਮਹਿੰਗਾਈ ਥੱਲੇ ਆਉਣੀ ਸ਼ੁਰੂ ਹੋ ਗਈ ਹੈ ਤੇ ਅੱਗੇ ਵੀ ਜਿਹੜੀ ਮਹਿੰਗਾਈ ਆ ਉਹ ਹੋਰ ਥੱਲੇ ਆਉਣ ਦੀ ਆਸ ਆ ਔਰ ਇਸ ਸਾਲ ਦੇ ਵਿੱਚ ਹੀ ਕਹਿੰਦੇ ਮਹਿੰਗਾਈ ਕਾਫੀ ਥੱਲੇ ਆ ਜਾਊਗੀ। ਜਦੋਂ ਇਹ ਸਾਰਾ ਕੁਝ ਠੀਕ ਹੋ ਗਿਆ ਫਿਰ ਹੋ ਸਕਦਾ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਆਪਣੇ ਘਟਾ ਲਵੇ। ਸੋ ਵਿਆਜ ਦਰਾਂ, ਦੂਜੇ ਪਾਸੇ ਜਿਹੜੀ ਮਹਿੰਗਾਈ, ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਆ ਤੇ ਇਸੇ ਸੰਬੰਧ ਕਰਕੇ ਹੀ ਜਿਹੜਾ ਇਹ ਦੇਖਿਆ ਜਾ ਰਿਹਾ। ਦੂਜਾ ਕੁਝ ਗੱਲਾਂ ਦਸੀਆਂ ਜਾ ਰਹੀਆਂ ਵੀ ਮਹਿੰਗਾਈ ਸਰਕਾਰ ਤਾਂ ਕਹਿ ਰਹੀ ਹੈ, ਬੈਂਕ ਆਫ ਕੈਨੇਡਾ ਤਾਂ ਕਹਿ ਰਹੀ ਹੈ ਕਿ ਇਨਫਲੇਸ਼ਨ ਥੱਲੇ ਆ ਜਾਊਗੀ, ਪਰ ਬਹੁਤੀ ਗੱਲਬਾਤ ਇਹਨਾਂ ਦੇ ਹੱਥ 'ਚ ਵੀ ਨਹੀਂ ਹੈ। ਬੈਂਕ ਆਫ ਕੈਨੇਡਾ ਵੈਸੇ ਤਾਂ ਇੰਡੀਪੈਂਡੈਂਟ ਹੈ, ਸਰਕਾਰ ਦੇ ਹੱਥ 'ਚ ਵੀ ਨਹੀਂ ਆ ਉਹ। ਦੂਜੇ ਪਾਸੇ ਇਹਨਾਂ ਬੈਂਕ ਆਫ ਕੈਨੇਡਾ ਦੇ ਇਸ ਕਰਕੇ ਹੱਥ 'ਚ ਨਹੀਂ ਹੈ ਕਿ ਯੂਕਰੇਨ ਜਾਂ ਉੱਧਰਲੇ ਪਾਸੇ ਜਿਹੜਾ ਰੂਸ ਦੇ ਨਾਲ ਜੋ ਕੁਛ ਹੋਇਆ ਉਹਦਾ ਕੀ ਬਣਨਾ ਅਲਟੀਮੇਟਲੀ, ਉਹਨੇ ਜਿਹੜੀ ਇੰਡਸਟਰੀ ਆ ਉਹਦੇ ਉੱਤੇ ਅਸਰ ਬਹੁਤ ਪਾਉਣਾ। ਤੇ ਦੂਜਾ ਇਸ ਸਾਲ ਜਿਹੜਾ ਚੀਨ ਆ ਉਹ ਕਹਿੰਦੇ ਆ ਕਿ ਅਸੀਂ ਆਪਣਾ ਤਾਈਵਾਨ ਵਾਲਾ ਤੇ ਦੂਜੇ ਮਾਮਲੇ ਛੇਤੀ ਨਿਬੇੜ ਦੇਣੇ ਆ। ਹੋ ਸਕਦਾ ਚੀਨ ਤੇ ਰੂਸ ਇਕੱਠੇ ਹੋ ਜਾਣ ਤੇ ਅਮਰੀਕਾ ਦੇ ਨਾਲ ਇਹਨਾਂ ਦੀ ਲੱਗਣ ਲੱਗ ਜਾਵੇ, ਜਿੱਦਾਂ ਅਮਰੀਕਾ ਨੇ ਫਿਲੀਪੀਨ ਦੇ ਵਿੱਚ ਆਪਣਾ ਸਮਾਨ, ਜੰਗੀ ਸਮਾਨ ਉੱਥੇ ਰੱਖਣਾ ਸ਼ੁਰੂ ਕਰ ਦਿੱਤਾ ਟਾਪੂ ਦੇ ਉੱਤੇ, ਤੇ ਉਹਦੇ ਨਾਲ ਫਿਰ ਉਲਟਾ ਅਸਰ ਪੈ ਸਕਦਾ ਮਹਿੰਗਾਈ ਦੇ ਉੱਤੇ। ਸੋ ਕਿਹਾ ਨਹੀਂ ਜਾ ਸਕਦਾ। ਹੁਣ 12 ਅਪ੍ਰੈਲ ਨੂੰ ਜਾ ਕੇ ਇਹਨਾਂ ਦੀ ਫੇਰ ਮੀਟਿੰਗ ਹੋਣੀ ਆ, ਉਦੋਂ ਨੂੰ ਪਤਾ ਲੱਗੂਗਾ ਵੀ ਰੇਟ ਇੰਨੇ ਹੀ ਰੱਖਦੇ ਆ ਜਾਂ ਘਟਾਉਂਦੇ ਆ। ਵਧਣ ਦੀ ਗੱਲਬਾਤ ਹਜੇ ਨਜ਼ਰ ਨਹੀਂ ਆ ਰਹੀ ਕਿਉਂਕਿ ਬਹੁਤ ਵਾਰੀ ਇਹਨਾਂ ਨੇ ਰੇਟ 8 ਵਾਰੀ ਪਹਿਲਾਂ ਵਧਾ ਦਿੱਤੇ ਆ ਤੇ ਹੁਣ ਲੱਗਦਾ ਕਿ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਅਗਲੀ ਗੱਲਬਾਤ ਦੋਸਤੋ ਘਰਾਂ ਦੀਆਂ ਕੀਮਤਾਂ ਬਾਰੇ ਕਰਨੀ ਆ। ਜਿਹੜੇ ਘਰਾਂ ਇੰਟਰਸਟ ਰੇਟ ਇਸ ਵੇਲੇ ਕਾਫੀ ਜ਼ਿਆਦਾ ਨੇ ਤੇ ਜਿਹੜੇ ਹੋਮ ਓਨਰਸ ਨੇ ਉਹ ਇਸ ਵੇਲੇ ਇਹ ਸੋਚਣ ਲੱਗ ਪਏ ਆ, ਜਿਹੜੇ ਮਤਲਬ ਨੌਨ ਹੋਮ ਓਨਰ ਨੇ ਜਿਹੜੇ ਕਿਰਾਏ ਤੇ ਰਹਿੰਦੇ ਆ, ਉਹ ਵੱਡੀ ਗਿਣਤੀ ਸੋਚਣ ਲੱਗ ਪਈ ਆ ਕਿ ਉਹਨਾਂ ਕੋਲੋਂ ਘਰ ਅਫੋਰਡ ਨਹੀਂ ਹੋਣਾ। ਵੱਖ-ਵੱਖ ਜਿਹੜੀਆਂ ਏਜੰਸੀਆਂ ਹੁੰਦੀਆਂ ਜਾਂ ਕੰਪਨੀਆਂ ਹੁੰਦੀਆਂ ਇਹ ਸਰਵੇ ਕਰਦੀਆਂ, ਸਰਵੇ ਦੇ ਵਿੱਚੋਂ ਇਹ ਸੂਹ ਲੈਂਦੇ ਆ ਲੋਕਾਂ ਦੀ ਵੀ ਅਸਲ ਦੇ ਵਿੱਚ ਲੋਕ ਕਹਿੰਦੇ ਕੀ ਆ। ਇੱਕ ਥੋੜ੍ਹਾ ਜਿਹਾ ਨੰਬਰ ਲੈ ਲੈਂਦੇ 1000-1500 ਜਾਂ ਉਹਦੇ ਆਧਾਰ ਦੇ ਉੱਤੇ ਫਿਰ ਇਹ ਕਨਕਲੂਡ ਕਰ ਲੈਂਦੇ ਆ ਸਾਰਿਆਂ ਦਾ। ਜਿਹੜੀ ਮੌਰਗੇਜ ਪ੍ਰੋਫੈਸ਼ਨਲ ਕੈਨੇਡਾ ਆ ਉਹਨਾਂ ਨੇ ਕੱਲ੍ਹ ਮੰਗਲਵਾਰ ਨੂੰ ਇੱਕ ਕੱਢੀ ਆ ਜਿਹੜੀ ਰਿਪੋਰਟ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਰਿਸਪੋਂਡੈਂਟ ਆ ਉਹਨਾਂ ਦੇ ਵਿੱਚੋਂ ਤੀਜਾ ਹਿੱਸਾ ਕਹਿੰਦੇ ਵੀ ਸਾਡੇ ਕੋਲੋਂ ਘਰ ਨਹੀਂ ਲੈ ਹੋਣਾ, ਕਹਿੰਦੇ ਅਸੀਂ ਕਦੇ ਵੀ ਘਰ ਨਹੀਂ ਲੈ ਸਕਣਾ ਇੱਥੇ। ਹੁਣ ਤੁਹਾਡੇ ਖਰਚੇ ਤੇ ਤੁਹਾਨੂੰ ਪਤਾ ਹੈ ਨਾ ਇੱਥੇ ਉਹ ਕਿਉਂ ਕਹਿ ਰਹੇ ਆ। ਮੰਨ ਲਓ ਤੁਸੀਂ ਵੈਨਕੂਵਰ ਦੇ ਵਿੱਚ ਰਹਿੰਦੇ ਆ, $15 ਦੀ ਤੁਹਾਡੀ ਨੌਕਰੀ ਹੈ, ਮਿਨੀਮਮ ਵੇਜ $15 ਦੇ ਕੁਛ ਸੈਂਟ ਦੇ ਉੱਤੇ, 2 ਜਣੇ ਕੰਮ ਕਰਦੇ ਆ ਤੇ ਉਹ ਕਿੰਨੇ ਕੁ ਪੈਸੇ ਜਿਹੜੇ ਮਹੀਨੇ ਦੇ ਵਿੱਚ ਕਮਾ ਲੈਂਦੇ ਆ। ਮੰਨ ਲਓ 3000 ਕਮਾ ਲੈਂਦੇ ਆ, 3000 ਦੇ ਵਿੱਚੋਂ ਉਹਨਾਂ ਨੂੰ ਕੱਟ ਕਟਾ ਕੇ 2500 ਮਿਲ ਜਾਂਦਾ ਆ। 2500 ਦੇ ਵਿੱਚੋਂ ਫਿਰ ਉਹਨਾਂ ਦੇ ਉਹ ਜਿਹੜੇ ਖਰਚੇ ਸ਼ੁਰੂ ਹੋ ਜਾਂਦੇ ਆ ਤੇ ਉਹ ਕਰਾ ਕੇ ਮਿਲੀਅਨ ਦਾ ਇੱਥੇ ਘਰ ਆ, ਘੱਟੋ ਘੱਟ 12-13 ਲੱਖ ਦਾ ਜਾਂ 10-12 ਲੱਖ ਦਾ ਘਰ ਵੈਨਕੂਵਰ ਦੇ ਵਿੱਚ, ਸਰੀ ਦੇ ਵਿੱਚ ਘੱਟੋ ਘੱਟ, ਵੈਨਕੂਵਰ ਦੇ ਵਿੱਚ ਹੋਰ ਮਹਿੰਗਾ ਆ। ਹੁਣ ਜੇ ਉਹਨਾਂ ਨੇ 10-12 ਲੱਖ ਦਾ ਲੈਣਾ ਤਾਂ ਉਹਨਾਂ ਨੂੰ 2-2.5 ਲੱਖ ਉਹਦੀ ਡਾਊਨ ਪੇਮੈਂਟ ਵੀ ਚਾਹੀਦੀ ਹੈ ਤੇ ਉਹ 2-2.5 ਲੱਖ ਹੀ ਨਹੀਂ ਉਹਨਾਂ ਕੋਲੋਂ ਇਕੱਠੇ ਹੋਣਾ। ਤੇ ਦੂਜਾ ਜਿਹੜੀ ਮੌਰਗੇਜ ਮਿਲਣੀ ਆ, ਮੌਰਗੇਜ ਤੁਹਾਨੂੰ ਤੁਹਾਡੀ ਐਲੀਜੀਬਿਲਟੀ ਦੇ ਉੱਤੇ ਮਿਲਦੀ ਹੈ ਕਿ ਤੁਹਾਡੀ ਜਿਹੜੀ $1,00,000 ਦੀ ਜੇਕਰ ਆਮਦਨ ਆ, ਜੇ ਹਿਸਾਬ ਨਾਲ ਵਿਆਜ ਵਧਿਆ ਤਾਂ ਹੋ ਸਕਦਾ ਤੁਹਾਨੂੰ 3-4 ਲੱਖ ਦੀ ਮੌਰਗੇਜ ਮਿਲੇ ਤੇ ਉਹ ਤੁਹਾਡੀ ਮੌਰਗੇਜ ਹੀ ਨਹੀਂ। ਇਸ ਕਰਕੇ ਇਹ ਸਰਵੇ 'ਚ ਲੋਕਾਂ ਨੇ ਕਿਹਾ ਵੀ 1/3 ਕਹਿੰਦੇ ਸਾਡੀ ਨੂੰ ਆਸ ਨਹੀਂ ਹੈ ਕਿ ਸਾਨੂੰ ਕਦੇ ਇੱਥੇ ਘਰ ਮਿਲ ਸਕੂਗਾ। ਹਾਲਤ ਜ਼ਿਆਦਾ ਮਾੜੀ ਹੋਈ ਹੈ, ਅਫੋਰਡੇਬਿਲਟੀ ਬਹੁਤ ਘਟ ਗਈ ਹੈ। ਜਿਹੜੀਆਂ ਘਰਾਂ ਦੀਆਂ ਕੀਮਤਾਂ ਉੱਤੇ ਆ ਤੇ ਜਿਹੜਾ ਦੂਜਾ ਇੰਟਰਸਟ ਰੇਟ ਜਿਹੜੇ ਆ ਉਹ ਉੱਤੇ ਆ। ਹੁਣ ਇਹਦੇ ਨਾਲ ਇਹਦਾ ਹੋਇਆ ਇਹ ਹੈਗਾ ਕਿ ਥੋੜ੍ਹਾ ਜਿਹਾ ਘਰਾਂ ਦੀ ਉਹ ਮਾਰਕੀਟ ਤਾਂ ਥੱਲੇ ਆਈ ਹੈ, ਮਤਲਬ ਘਰ ਤਾਂ ਥੱਲੇ ਆ ਗਏ ਆ। ਜਿਹੜਾ ਘਰ ਪਹਿਲਾਂ 12 ਲੱਖ ਦਾ ਸੀ ਮੰਨ ਲਓ ਹੁਣ ਉਹ 10 ਲੱਖ ਦਾ ਰਹਿ ਗਿਆ। ਪਰ ਸਮੱਸਿਆ ਇਹ ਆ ਕਿ ਬੰਦਾ ਜਿਹੜਾ ਉਦੋਂ ਜਿੰਨੇ ਮੰਨ ਲਓ $1,00,000 ਉਹ ਕਮਾਉਂਦਾ ਸੀ ਤੇ ਉਹਨੂੰ 2 ਜਣੇ ਲੱਖ ਡਾਲਰ ਕਮਾਉਂਦੇ ਸੀ, ਉਹਨਾਂ ਨੂੰ ਜਿਹੜੀ ਪਹਿਲਾਂ ਮੌਰਗੇਜ 10 ਲੱਖ ਦੀ ਮਿਲਣੀ ਸੀ ਉਹ ਹੁਣ ਮਿਲੀ 7 ਲੱਖ ਦੀ ਰਹੀ ਹੈ। ਭਾਵੇਂ ਘਰ 12 ਤੋਂ 10 ਦਾ ਹੋ ਗਿਆ ਪਰ ਉਹਨਾਂ ਦੀ ਖਰੀਦਣ ਦੀ ਜਿਹੜੀ ਤਾਕਤ ਆ ਉਹੀ 7 ਲੱਖ ਜਾਂ 6 ਲੱਖ ਰਹਿ ਗਈ ਆ, ਤਾਂ ਉਹ ਘਰ ਕਿੱਥੋਂ ਲੈ ਸਕਦੇ ਆ। ਸੋ ਉਹ ਘਰ ਸਸਤੇ ਹੋਏ ਦਾ ਫਾਇਦਾ ਇੱਦਾਂ ਨਹੀਂ ਇਹਨਾਂ ਨੂੰ ਹੋ ਰਿਹਾ ਕਿਉਂਕਿ ਉਹਨੇ ਵਿਆਜ ਵੱਧ ਗਏ। ਜਦੋਂ ਨੂੰ ਇਹ ਵਿਆਜ ਘਟਣਗੇ, ਜਦੋਂ ਇਹ ਵਿਆਜ ਘਟਣੇ ਸ਼ੁਰੂ ਹੋਏ ਉੱਧਰੋਂ ਫਿਰ ਉਹਨਾਂ ਦੀਆਂ ਘਰਾਂ ਦੀਆਂ ਕੀਮਤਾਂ ਉੱਤੇ ਜਾਣੀਆਂ ਸ਼ੁਰੂ ਹੋ ਜਾਣੀਆਂ। ਇੱਕ ਜਿਹੜਾ ਨਵਾਂ ਬੰਦਾ ਆ ਉਹ ਇਹਦੇ ਵਿੱਚ ਉਲਝਿਆ ਪਿਆ ਆ। ਸਰਵੇ ਦੇ ਵਿੱਚ ਇਹੀ ਦੇਖਿਆ ਕਿ ਜਿਹੜੇ ਨਵੇਂ ਨੌਨ ਹੋਮ ਓਨਰ ਨੇ ਇੱਥੇ ਰਹਿੰਦੇ ਆ ਕਿ ਉਹ ਕਹਿੰਦੇ ਸਾਡੇ ਕੋਲੋਂ ਘਰ ਨਹੀਂ ਲੈ ਹੋਣਾ ਇੱਥੇ, ਜਿਹੜਾ ਫੈਮਿਲੀ ਹੋਮ ਆ 33% ਕਹਿੰਦੇ ਆ। ਇਹ ਪਹਿਲਾਂ ਜਦੋਂ ਥੋੜ੍ਹਾ ਚਿਰ ਪਹਿਲਾਂ ਇਹਨਾਂ ਨੇ ਸਰਵੇ ਕੀਤਾ ਸੀ ਤਾਂ ਇਹ 6 ਮਹੀਨੇ ਪਹਿਲਾਂ
ਜਿਹੜੇ 8 ਪੁਆਇੰਟ ਘੱਟ ਸੀਗੇ ਤੇ ਉਹਨਾਂ ਦੀ ਗਿਣਤੀ ਵੱਧ ਗਈ। ਮਤਲਬ ਜਿਹੜੇ ਬੰਦੇ ਇਹ ਸੋਚਦੇ ਸਾਡੇ ਕੋਲ ਕੈਨੇਡਾ 'ਚ ਘਰ ਨਹੀਂ ਲਿਆ ਹੋਣਾ, ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਸਰਵੇ ਦੇ ਵਿੱਚ ਇਹ ਵੀ ਦੇਖਿਆ ਕਿ ਕੈਨੇਡੀਅਨਸ ਜਿਹੜੇ ਉਹ ਜ਼ਿਆਦਾ ਐਂਕਸ਼ੀਅਸ ਨੇ ਇਨਫਲੇਸ਼ਨ ਨੂੰ ਲੈ ਕੇ। 60% ਜਿਹੜੇ ਉਹ ਜਿਹਨਾਂ ਕੋਲ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਆ ਕਿ ਸਾਨੂੰ ਚਿੰਤਾ ਆ ਕਿਉਂਕਿ ਇਹਦਾ ਅਸਰ ਸਾਡੇ ਫਾਈਨੈਂਸਿਸ ਦੇ ਉੱਤੇ ਪੈਣਾ ਆ। ਤੇ ਇਹ ਵੀ 20% ਜ਼ਿਆਦਾ, ਮਤਲਬ ਹੁਣ 60% ਕਹਿੰਦੇ ਵੀ ਮਹਿੰਗਾਈ ਸਾਨੂੰ ਚਿੰਤਾ ਆ, ਪਹਿਲਾਂ 40% ਕਹਿੰਦੇ ਸੀ। ਹਿਸਾਬ ਸਿੱਧਾ ਆ, ਜਿਹਦੇ ਕੋਲੇ ਥੋੜ੍ਹੇ ਜਿਹੇ ਪੈਸੇ ਕਿਤੇ ਪਏ ਆ ਸੇਵਿੰਗ ਵਿੱਚ ਬਚਾ ਕੇ ਰੱਖਿਓ, ਉਹ ਥੋੜ੍ਹੀ ਚਿੰਤਾ ਨਹੀਂ ਕਰਦਾ। ਪਹਿਲਾਂ ਜਦੋਂ ਸਰਵੇ ਕੀਤਾ ਸੀ ਇਹਨਾਂ ਨੇ ਉਦੋਂ ਕਹਿੰਦੇ ਸੀ ਵੀ 40% ਕਹਿੰਦੇ ਸੀ ਸਾਨੂੰ ਮਹਿੰਗਾਈ ਦੀ ਚਿੰਤਾ, ਹੁਣ 60 ਹੋ ਗਏ ਕਿਉਂਕਿ ਜਿਹੜੇ ਪਏ ਆ ਉਹ ਵੀ ਮੁੱਕਣੇ ਸ਼ੁਰੂ ਹੋ ਗਏ। ਲਾਈਨ ਆਫ ਕ੍ਰੈਡਿਟ ਸਿਰ ਤੇ ਕ੍ਰੈਡਿਟ ਕਾਰਡ ਤੇ ਉਹਦਾ ਸਾਰਾ ਅਸਰ ਹੋ ਰਿਹਾ। ਇਸ ਸਰਵੇ ਦੇ ਵਿੱਚ ਕੁਛ ਜਿਹੜੀਆਂ ਹੋਰ ਗੱਲਾਂ ਵੀ ਸਾਹਮਣੇ ਆਈਆਂ। ਪਿਛਲੇ ਮਹੀਨੇ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਇਨਫਲੇਸ਼ਨ ਜਨਵਰੀ ਦੇ ਵਿੱਚ 5.9% ਦੇ ਉੱਤੇ ਆ ਗਈ ਹੈ। ਤੇ ਹੁਣ ਦੂਜੇ ਜਿਹੜੇ ਟ੍ਰੈਂਡ ਆ, ਬੈਂਕ ਆਫ ਕੈਨੇਡਾ ਇਹਨੂੰ ਪਾਲਿਸੀ ਰੇਟ ਜਿਹੜਾ ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਆ ਉੱਥੇ ਹੀ ਰੱਖਣ ਦੇ ਲਈ ਕਿ ਜਿੰਨਾ ਹੈਗਾ ਉਨਾ ਹੀ ਰਹਿਣਾ, ਜਿੱਦਾਂ ਆਪਾਂ ਪਹਿਲੀ ਖਬਰ ਦੇ ਵਿੱਚ ਗੱਲਬਾਤ ਕਰਕੇ ਹਟੇ ਹਾਂ। ਹੁਣ ਐਂਟੀਸਪੇਟ ਇਹ ਕੀਤਾ ਜਾ ਰਿਹਾ ਕਿ ਇਹਦੇ ਨਾਲ ਕੀ ਅਸਰ ਪਊਗਾ ਤੇ ਉਹਦੇ ਨਾਲ ਬੰਦੇ ਦੀ ਮੌਰਗੇਜ ਦੇ ਉੱਤੇ ਅਸਰ ਪੈ ਰਿਹਾ ਆ। ਵੀ ਜਿਹੜਾ ਅੱਧੇ ਰਿਸਪੋਂਡੈਂਟ ਨੇ, ਜਾਨੀ 47% ਨੇ, ਉਹ ਇਹ ਕਹਿੰਦੇ ਆ ਕਿ ਜੇ ਹੋਰ ਇੰਟਰਸਟ ਰੇਟ ਵੱਧ ਗਿਆ ਤੇ ਉਹਦੇ ਨਾਲ ਫਿਰ ਮੌਰਗੇਜ ਪੇਮੈਂਟ ਕਰਨੀ ਉਹਨਾਂ ਦੇ ਲਈ ਮੁਸ਼ਕਲ ਹੋ ਜਾਊਗੀ। ਪਹਿਲਾਂ ਹੀ ਜਿਹੜੇ ਹੋਮ ਓਨਰ ਨੇ ਉਹ ਹਾਰਡ ਟਾਈਮ ਦੇ ਵਿੱਚੋਂ ਲੰਘ ਰਿਹਾ ਇਸ ਵੇਲੇ। 14% ਜਿਹੜੇ ਫਸਟ ਟਾਈਮ ਹੋਮ ਬਾਇਰ ਆ ਉਹ ਕਹਿੰਦੇ ਆ ਕਿ ਹਰ ਮਹੀਨੇ ਸਾਡੇ ਕੋਲੋਂ ਪੇਮੈਂਟ ਨਹੀਂ ਦਿੱਤੀ ਜਾ ਰਹੀ, ਔਖਾ ਹੋਇਆ ਪਿਆ, ਖਾਸ ਕਰ ਜਿਨ੍ਹਾਂ ਦੀਆਂ ਮੌਰਗੇਜਾਂ ਹੁਣ ਰੀਨਿਊ ਹੋਣੀਆਂ। ਕਈ ਵਾਰੀ ਇਸ ਗੱਲ ਨੂੰ ਇੱਦਾਂ ਵੀ ਲੈ ਲਿਆ ਜਾਂਦਾ ਖਬਰ ਨੂੰ ਵੀ ਇਹ ਨੈਗੇਟਿਵਿਟੀ ਬਹੁਤ ਆ ਜਾਂ ਖਬਰ ਅਸਲ ਦੇ ਵਿੱਚ ਇੱਦਾਂ ਨਹੀਂ ਹੁੰਦੀ, ਇੰਨੀ ਹਾਹਾਕਾਰ ਨਹੀਂ ਮੱਚੀ। ਉਹਦਾ ਹੱਲ ਤਾਂ ਇਹ ਆ ਵੀ ਤੁਸੀਂ ਕੈਨੇਡਾ ਦੀਆਂ ਜਿਹੜੀਆਂ 5-7-10 ਅਖਬਾਰਾਂ ਨੇ ਮੇਨ, ਉਹਨਾਂ ਨੂੰ ਚੱਕ ਕੇ ਦੇਖ ਲਓ। ਉਹਨਾਂ ਦੇ ਵਿੱਚ ਇਹ ਅਫੋਰਡੇਬਿਲਟੀ ਜਾਂ ਕਿੰਨੇ ਲੋਕ ਕੀ ਕਹਿੰਦੇ ਆ ਇਹਨੂੰ ਪਾ ਕੇ ਦੇਖ ਲਓ, ਗੂਗਲ ਕਰਕੇ ਦੇਖ ਲਓ, ਨਿਊਜ਼ ਆ ਜਾਂਦੀ ਆ, ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਅਸਲ ਦੇ ਵਿੱਚ ਹਾਲਤ ਕੀ ਹੈ। ਬਹੁਤੀ ਵਾਰੀ ਅਸੀਂ ਆਪਣੀ ਕਮਿਊਨਿਟੀ ਜਾਂ ਆਲੇ ਦੁਆਲੇ ਦੀਆਂ ਗੱਲਾਂ ਲੋਕਾਂ ਦੇ ਆਧਾਰ ਦੇ ਉੱਤੇ ਬਣਾ ਲੈਂਦੇ ਕਿ ਕੈਨੇਡਾ ਦੇ ਵਿੱਚ ਆ, ਪਰ ਜਦੋਂ ਓਵਰਆਲ ਪੂਰੇ ਦੇ ਪੂਰੇ ਇੱਧਰੋਂ ਲੈ ਕੇ ਦੂਜੇ ਸਿਰੇ ਤੱਕ ਕੋਸਟ ਟੂ ਕੋਸਟ ਤੁਸੀਂ ਹਾਲਤ ਦੇਖਦੇ ਆ ਤਾਂ ਇਹ ਹਾਲਤ ਅਸਲ ਦੇ ਵਿੱਚ ਲੋਕਾਂ ਦੀ ਥੋੜ੍ਹੀ ਜਿਹੀ ਇਸ ਵੇਲੇ ਮਾੜੀ ਹੋਈ ਹੈ। ਜਿੱਥੇ ontario ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿੱਥੇ ਜਿਹੜਾ ਐਵਰੇਜ ਮਤਲਬ ਹੋਮ ਪ੍ਰਾਈਸਿਸ ਹੈਗੇ ਆ 23.5 ਜਾਂ 23.3 ਗੁਣਾ ਜ਼ਿਆਦਾ ਆ ਡਿਸਪੋਜ਼ੇਬਲ ਇਨਕਮ ਦੇ ਮੁਕਾਬਲੇ, ਤੇ ਉਹ ਮਤਲਬ ਬਹੁਤ ਘੱਟ ਅਫੋਰਡੇਬਲ ਆ। ਕੁਬੈਕ ਦੇ ਵਿੱਚ ਹਾਲਾਂਕਿ ਇਹ 13 ਟਾਈਮਸ ਦੱਸੀ ਜਾ ਰਹੀ ਹੈ। ਵੈਨਕੂਵਰ, ਟੋਰਾਂਟੋ ਦੇ ਵਿੱਚ ਲਗਾਤਾਰ ਜਿਹੜੇ ਲੀਸਟ ਅਫੋਰਡੇਬਲ ਨੇ, ਇੱਥੇ ਇਹ ਕਦੇ ਅਫੋਰਡੇਬਲ ਲੈਵਲ ਦੇ ਉੱਤੇ ਆਉਣਗੇ ਵੀ, ਇਸ ਗੱਲਬਾਤ ਦੇ ਬਾਰੇ ਲੋਕਾਂ ਨੂੰ ਹਜੇ ਤੱਕ ਸ਼ੱਕ ਆ ਤੇ ਲੋਕ ਇਹਨੂੰ ਮੰਨ ਨਹੀਂ ਰਹੇ। ਅਗਲੀ ਗੱਲਬਾਤ ਦੋਸਤੋ 4 ਦਿਨ ਦੇ ਹਫ਼ਤੇ ਬਾਰੇ ਆ। ਕੈਨੇਡਾ ਦੇ ਵਿੱਚ ਕਈ ਮਿਊਨਿਸਪੈਲਿਟੀਜ਼ ਨੇ ਇਹ ਹੌਲੀ ਹੌਲੀ ਫੈਸਲਾ ਕਰਨਾ ਸ਼ੁਰੂ ਕਰ ਦਿੱਤਾ ਵੀ ਆਪਾਂ 4 ਦਿਨ ਹੀ ਕੰਮ ਕਰਿਆ ਕਰਨਾ ਤੇ 5ਵਾਂ ਦਿਨ ਜਿਹੜਾ ਛੱਡ ਦਿਓ। 4 ਦਿਨ ਦੇ ਕੰਮ ਦੇ 2 ਰੌਲੇ ਆ। ਇੱਕ ਤਾਂ ਜਿਹੜਾ ਉਹ ਪ੍ਰੋਜੈਕਟ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ, ਜਿਹਦੇ ਬਾਰੇ ਆਪਾਂ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ, ਇੰਗਲੈਂਡ ਤੋਂ ਸ਼ੁਰੂ ਹੋਇਆ ਸੀ, ਫਿਰ ਕੈਨੇਡਾ, ਅਮਰੀਕਾ ਤੇ ਦੁਨੀਆ ਦੇ ਵਿੱਚ ਚੱਲ ਰਿਹਾ। ਉਹ ਇਹ ਕਹਿੰਦੇ ਆ ਵੀ ਕੰਮ 4 ਘੰਟੇ ਜਿਹੜਾ 4 ਦਿਨ ਕਰਨਾ ਓਨਾ ਹੀ ਕਰਨਾ, ਉਹ ਤੋਂ 20% ਘੱਟ ਕਰਨਾ, 80% ਕਰਨਾ। ਪਹਿਲਾਂ ਤੁਸੀਂ 40 ਘੰਟੇ ਕੰਮ ਕਰਦੇ ਸੀ, ਮਤਲਬ 8 ਘੰਟੇ ਰੋਜ਼ 5 ਦਿਨਾਂ ਦੇ ਵਿੱਚ, ਹੁਣ ਉਹ ਕਹਿੰਦੇ ਤੁਸੀਂ 32 ਘੰਟੇ ਕੰਮ ਕਰਨਾ। ਆਊਟਪੁੱਟ ਤੁਹਾਡੀ 100% ਹੋਣੀ ਚਾਹੀਦੀ ਹੈ ਤੇ ਜਿਹੜੀ ਤੁਹਾਡੀ ਪੇ ਆ ਉਹ ਵੀ 100% ਰਹੂਗੀ। 100-80-100 ਦਾ ਫਾਰਮੂਲਾ ਇਹ ਦੱਸਦੇ ਸੀ। ਉਹ ਤਾਂ ਹਜੇ ਜਦੋਂ ਲਾਗੂ ਹੋਣਾ, ਉਹ ਹਾਲਾਂਕਿ ਉਹ ਜਿਹੜਾ ਪ੍ਰੋਜੈਕਟ ਚੱਲਦਾ ਉਹਦੇ ਵਿੱਚੋਂ ਫਾਈਂਡਿੰਗਸ ਜਾਂ ਉਹਨਾਂ ਨੇ ਹਿਸਾਬ ਕਿਤਾਬ ਲਾ ਕੇ ਇਹੀ ਦੱਸਿਆ ਵੀ ਲੋਕ ਬਹੁਤ ਖੁਸ਼ ਆ, ਕੰਪਨੀਆਂ ਬਹੁਤ ਖੁਸ਼ ਆ ਜਿਹੜੀਆਂ ਇਹਦੇ ਬਾਰੇ ਗੱਲਬਾਤ ਕਰ ਰਹੀਆਂ। ਮਸਲਾ ਹੁਣ ਇਹ ਆ ਵੀ ਉਹ ਹਜੇ ਪੋਸੀਬਲ ਨਹੀਂ ਹੋ ਸਕਦਾ, ਸਾਰੇ ਕੰਮਾਂ 'ਚ ਤੇ ਉਹ ਪੋਸੀਬਲ ਹੋ ਨਹੀਂ ਸਕਦਾ। ਲੋਕਾਂ ਨੇ ਹੁਣ 4 ਦਿਨ ਦੇ ਕੰਮ ਨੂੰ ਹੋਰ ਤਰੀਕੇ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰ ਜਿਹੜੇ ਇੰਟੀਰੀਅਰਸ ਨੇ ਸਾਡੇ ਕੈਨੇਡਾ ਦੇ ਵਿੱਚ, ਰੂਰਲ ਏਰੀਆਜ਼ ਨੇ ਜਾਂ ਉਹ ਮਿਊਨਿਸਪੈਲਿਟੀਜ਼ ਨੇ, ਉੱਥੇ ਉਹਨਾਂ ਨੇ ਇਹਨੂੰ ਇਸ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਪਿਛਲੇ ਹਫ਼ਤੇ ਇੱਕ ਟਾਊਨਸ਼ਿਪ ਆ ਐਲਗੋਨਿਕਨ ਹਾਈਲੈਂਡਸ, ontario ਦੇ ਵਿੱਚ, ਉਹਨਾਂ ਨੇ ਅਨਾਊਂਸ ਕਰ ਦਿੱਤਾ ਕਿ ਅਸੀਂ ਪਰਮਾਨੈਂਟਲੀ ਮੂਵ ਕਰ ਰਹੇ ਹਾਂ ਕੰਪਰੈਸਡ ਵਰਕ ਵੀਕ ਦੇ ਲਈ, ਵੀ ਅਸੀਂ ਪੱਕੇ ਹੀ ਹੁਣ ਅੱਜ ਤੋਂ ਬਾਅਦ 4 ਦਿਨ ਹੀ ਕੰਮ ਕਰਨਾ। ਪਰ ਉਹਨਾਂ ਨੇ ਇਹ ਨਹੀਂ ਕੀਤਾ, ਉਹਨਾਂ ਨੇ 2-2 ਘੰਟੇ ਰੋਜ਼ ਵਧਾ ਲਏ ਵੀ 5 ਦਿਨ ਕੰਮ ਕਰਨ 5 ਦਿਨ 8 ਘੰਟੇ ਕੰਮ ਕਰਨ ਦੀ ਥਾਂ 4 ਦਿਨ 10 ਘੰਟੇ ਕੰਮ ਕਰ ਲਓ ਤੇ ਇਹਦੇ ਨਾਲ
ਫਾਇਦਾ ਹੋਊਗਾ। ਜਿਹੜੀ ਐਲਗੋਨਿਕਨ ਹਾਈਲੈਂਡਸ ਆ, ਇਹ ਇਹਨਾਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਰੂਰਲ ਮਿਊਨਿਸਪੈਲਿਟੀਜ਼ ਆ, ਪੇਂਡੂ ਇਲਾਕੇ ਆ ਇੱਥੇ ਕੈਨੇਡਾ ਦੇ ਵਿੱਚ, ਉਹ ਪਹਿਲਾਂ ਹੀ ਇਹ ਲਾਗੂ ਕਰ ਚੁੱਕੇ ਆ, ਖਾਸ ਕਰ ਅੰਟੈਰੀਓ ਦੇ ਵਿੱਚ। ਦੂਜੀਆਂ ਜਿਹੜੀਆਂ ਅੰਟੈਰੀਓ ਦੀਆਂ ਮਿਊਨਿਸਪੈਲਿਟੀਜ਼ ਨੇ, ਉਹਨਾਂ ਨੇ ਲਗਭਗ ਇੱਦਾਂ ਦਾ ਪਹਿਲਾਂ ਹੀ, ਇਹ ਜ਼ੋਰਾ ਆ ਉਹਨਾਂ ਦੀ, ਸਪਰਿੰਗ ਵਾਟਰ ਆ, ਫਿਰ ਫਰੈਂਚ ਰਿਵਰ ਆ, ਉਹਨਾਂ ਸਾਰਿਆਂ ਨੇ 4 ਦਿਨ ਦਾ ਵੀਕ ਪਹਿਲਾਂ ਕਰ ਦਿੱਤਾ। ਸੋ ਇਹ ਟਰਾਇਲ ਚੱਲਿਆ ਮੇਰਟ ਦੇ ਵਿੱਚ, ਇੱਥੇ BC ਦੇ ਵਿੱਚ, ਸੇਂਟ ਜੌਨਸ ਦੇ ਵਿੱਚ, ਨਿਊ ਬਰੰਸਵਿਕ ਦੇ ਵਿੱਚ, ਅਤੇ ਜਿਹੜਾ ਨੋਵਾ ਸਕੋਸ਼ੀਆ ਦੇ ਵਿੱਚ ਡਿਸਟ੍ਰਿਕਟ ਆਫ ਗਾਇਸਬਰੋ ਆ, ਉੱਥੇ ਵੀ ਇਹ ਟਰਾਇਲ ਜਿਹੜਾ ਚੱਲਿਆ ਆ। ਕੀ ਹੁਣ ਇਹ ਅੱਗੇ ਨੂੰ ਜਾਂਦਾ ਆ, ਬਾਕੀ ਥਾਵਾਂ ਦੇ ਉੱਤੇ ਜਾਂ ਮਿਊਨਿਸਪੈਲਿਟੀਜ਼ ਦੇ ਉੱਤੇ ਜਾਊਗਾ। ਕੰਪਰੈਸਡ ਵਰਕ ਵੀ 4 ਦਿਨ 10-10 ਘੰਟੇ ਕੰਮ ਕਰਕੇ ਤਾਂ 3 ਛੁੱਟੀਆਂ ਕਰੋ। ਕਹਿੰਦੇ ਅਸੀਂ ਤਰੀਕੇ ਲੱਭ ਰਹੇ ਹਾਂ ਕਿ ਕਿੱਦਾਂ ਕੰਪੀਟੀਟਿਵ ਰਿਹਾ ਜਾ ਸਕਦਾ ਇਸ ਸੈਕਟਰ ਦੇ ਵਿੱਚ, ਟੈਲੈਂਟ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਕਿੱਦਾਂ ਇੱਥੇ ਰੱਖਿਆ ਜਾ ਸਕਦਾ। ਜਿਹੜੀਆਂ ਮਿਊਨਿਸਪਲ ਸੈਕਟਰ ਦੇ ਵਿੱਚ ਜੌਬਸ ਆ, ਉਹ ਬੜੀਆਂ ਕਹਿੰਦੇ ਸਟ੍ਰੈਸਫੁਲ ਇਨਵਾਇਰਮੈਂਟ ਦੇ ਵਿੱਚ ਹੁੰਦੀਆਂ ਆ, ਜਿਨ੍ਹਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਵੀ ਜਵਾਬਦੇਹ ਹੁੰਦੇ ਆ, ਅਤੇ ਜਿਹੜੇ ਤੁਹਾਡੇ ਇਲੈਕਟਡ ਅਫੀਸ਼ੀਅਲ ਆ ਉਹਨਾਂ ਨੂੰ ਵੀ ਜਵਾਬਦੇਹ ਹੁੰਦੇ ਆ। ਅਤੇ 4 ਦਿਨ ਦਾ ਜਿਹੜਾ ਟਰਾਇਲ ਆ US ਦੇ ਵਿੱਚ ਅਤੇ ਹੋਰ ਥਾਵਾਂ ਦੇ ਉੱਤੇ ਇੰਪਲੋਈਜ਼ ਜਿਹੜੇ ਰਿਪੋਰਟ ਇਹ ਕਰ ਰਹੇ ਆ ਕਿ ਸਟ੍ਰੈਸ ਘੱਟ ਆ, ਥਕਾਵਟ ਘੱਟ ਆ, ਬਰਨਆਊਟ ਘੱਟ ਆ, ਅਤੇ ਸਿਹਤ ਲੋਕਾਂ ਦੀ ਚੰਗੀ ਆ। ਦੂਜੇ ਪਾਸੇ ਜਿਹੜਾ ਰੈਵਨਿਊ ਆ ਉੱਤੇ ਜਾ ਰਿਹਾ। ਜਦੋਂ ਜ਼ੋਰਾ ਟਾਊਨਸ਼ਿਪ ontario ਦੇ ਵਿੱਚ ਇੱਧਰਲੇ ਪਾਸੇ ਨੇ ਆਊ ਸੀ 4 ਦਿਨ ਦੇ ਕੰਮ ਦੇ ਲਈ, ਤਾਂ ਉਹਨਾਂ ਦੇ ਇੰਪਲੋਈਜ਼ ਪਰ ਡੇ ਜ਼ਿਆਦਾ ਕੰਮ ਕਰਦੇ ਸੀ ਟਾਊਨਸ਼ਿਪ ਆਫਿਸ ਦੇ ਵਿੱਚ, ਅਤੇ ਉਹ ਹਰ ਦਿਨ ਮਤਲਬ 10 ਘੰਟੇ ਦੇ ਲਈ ਤੁਸੀਂ ਲੋਕਾਂ ਦੇ ਲਈ ਖੋਲ੍ਹ ਸਕਦੇ ਆ। ਲੰਬਾ ਸਮਾਂ ਲੋਕਾਂ ਦੇ ਲਈ ਜਿਹੜੀ ਉਹ ਮਿਊਨਿਸਪੈਲਿਟੀ ਉਹ ਖੁੱਲ੍ਹੀ ਰਹਿ ਸਕਦੀ ਹੈ। ਜਿਹੜੀਆਂ ਰੂਰਲ ਮਿਊਨਿਸਪੈਲਿਟੀਜ਼ ਹੈਗੀਆਂ ਆ, ਉਹ ਇੰਟਰੋਡਿਊਸ ਕਰ ਰਹੀਆਂ ਹੁਣ 4 ਦਿਨ ਦਾ ਕੰਮ, ਅਤੇ ਆਈਡੀਆ ਹੈਗਾ ਕਿ ਹੌਲੀ ਹੌਲੀ ਇੱਧਰ ਨੂੰ ਸ਼ਹਿਰਾਂ ਵੱਲੋਂ ਵੀ ਗੱਲਬਾਤ ਆਉਂਦੀ ਆ, ਅਤੇ ਕਿੰਨਾ ਕੁ ਲੋਕ ਇਹਨੂੰ ਪਸੰਦ ਕਰਦੇ ਆ, ਅਤੇ ਕੀ ਇਹਦਾ ਹੱਲ ਕੀਤਾ ਜਾਂਦਾ। ਅਗਲੀ ਗੱਲਬਾਤ ਦੋਸਤੋ ਪੀਅਰ ਪੋਲੀਏਵ ਬਾਰੇ। ਸਾਡੇ ਕੰਜ਼ਰਵੇਟਿਵ ਲੀਡਰ ਨੇ ਪੀਅਰ ਪੋਲੀਏਵ, ਲਗਾਤਾਰ ਆਪਾਂ ਉਹਨਾਂ ਦੀ ਰੋਜ਼ ਗੱਲਬਾਤ ਕਰਦੇ, ਅਤੇ ਹੁਣ ਅੱਜ ਉਹਨਾਂ ਨੇ ਕੱਲ੍ਹ ਬੇਸਿਕਲੀ ਬਹੁਤ ਸਖਤ ਰੁੱਖ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਰੁੱਧ ਚੱਕਿਆ। ਮਤਲਬ ਕਹਿੰਦੇ ਵੀ ਇਹ ਮਤਲਬ ਸਿੱਧਾ ਹੁਣ ਮਸਲਾ ਪਾਰਟੀਸ਼ਨ ਜਿਹੜਾ ਡਿਵੀਜ਼ਨ ਹੋ ਗਈ ਹੈ, ਇਹਦੇ ਵਿੱਚ ਇੱਕ ਪਾਸੇ ਵਿਰੋਧੀ ਪਾਰਟੀਆਂ ਅਤੇ ਦੂਜੇ ਪਾਸੇ ਸਾਡੀ ਰੂਲਿੰਗ ਪਾਰਟੀ ਹੈ। ਪੀਅਰ ਪੋਲੀਏਵ ਨੇ ਸਿੱਧਾ ਅਕਿਊਜ਼ ਕੀਤਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਕਿ ਜਿੱਦਾਂ ਤੁਸੀਂ ਉਹ ਲੋਕ ਜਿਹੜੇ ਮਤਲਬ ਉਹਨਾਂ ਨੇ ਸਿੱਧਾ ਇਹ ਕਿਹਾ ਕਿ ਤੁਸੀਂ ਕੈਨੇਡਾ ਦੇ ਇੰਟਰਸਟ ਦੇ ਵਿਰੁੱਧ ਕੰਮ ਕਰ ਰਹੇ ਆ। ਹਾਲਾਂਕਿ ਬੜੀ ਖਤਰਨਾਕ ਗੱਲ ਆ ਕਿ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹਿਣੀ, ਅਤੇ ਪਰ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਤੁਸੀਂ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੇ ਉੱਥੇ ਜਿਹੜੇ ਕਮਿਊਨਿਸਟ ਨੇ ਉੱਥੇ ਬੀਜਿੰਗ ਦੇ ਵਿੱਚ ਬੈਠੇ, ਉਹਨਾਂ ਨੂੰ ਬਚਾਉਣ ਦੇ ਲਈ। ਮਾਮਲਾ ਬੜਾ ਸਿੱਧਾ ਆ। ਪਿੱਛੇ ਜੇ ਰੌਲਾ ਪਿਆ ਲਗਾਤਾਰ ਕਿ ਚੀਨ ਸਿੱਧੀ ਦਖਲਅੰਦਾਜ਼ੀ ਕਰ ਰਿਹਾ ਕੈਨੇਡਾ ਦੇ ਵਿੱਚ, ਅਤੇ ਹੁਣ ਰੌਲਾ ਇੱਕ ਇਹ ਵੀ ਹੈ, ਔਰ ਇੱਕ ਬੜੀ ਜਿਹੜੀ ਖਤਰਨਾਕ ਔਰ ਹੈਰਾਨੀ ਵਾਲੀ ਗੱਲ ਪੀਅਰ ਪੋਲੀਏਵ ਨੇ ਕਹੀ ਆ ਕਿ ਜਿਹੜੀ ਸੀਸਸ ਦੀ ਰਿਪੋਰਟ ਸੀਗੀ ਉਹ ਲੀਕ ਹੋਈ ਆ। ਜਿਹੜਾ ਇਹ ਤੁਹਾਨੂੰ ਪਤਾ ਆ ਕਿ ਚੀਨ ਦੀ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਆ, ਆਪਣੇ ਮਤਲਬ ਦੇ ਬੰਦੇ ਉਹ ਜਿਤਾ ਲੈਂਦੇ ਆ। ਜਿਹੜਾ ਰਿਚਮੰਡ ਵਾਲੀ ਰਾਈਡਿੰਗ ਸੀਗੀ ਇੱਥੇ, ਜਿੱਥੇ ਪਰਮ ਬੈਂਸ ਲਿਬਰਲ ਉਮੀਦਵਾਰ ਖੜ੍ਹੇ ਆ, ਮੈਂਬਰ ਪਾਰਲੀਮੈਂਟ ਜਿੱਤੇ ਸੀਗੇ, ਜਿਹੜੇ ਉਹਨਾਂ ਦੇ ਵਿਰੁੱਧ ਦੇ ਵਿੱਚ ਖੜ੍ਹੇ ਸੀ ਦੂਜੇ ਉਮੀਦਵਾਰ, ਉਹਨੇ ਸਿੱਧਾ ਇਲਜ਼ਾਮ ਲਾਇਆ ਸੀ ਕਿ ਮੈਨੂੰ ਹਰਾਉਣ ਦੇ ਲਈ ਇਹਨੂੰ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਇੱਥੇ ਜਿਤਾਇਆ ਗਿਆ। ਇੱਕ ਤਾਂ ਲੋਕ ਇਲਜ਼ਾਮ ਲਾ ਰਹੇ ਸੀ, ਦੂਜੇ ਪਾਸੇ ਜਿਹੜੀ ਸੀਸਸ ਦੀ ਰਿਪੋਰਟ ਸੀਗੀ ਉਹ ਲੀਕ ਹੋ ਗਈ ਸੀ ਕਿ ਇਲੈਕਸ਼ਨ ਦੇ ਵਿੱਚ ਬਾਹਰਲਾ ਦਖਲਅੰਦਾਜ਼ੀ ਕੀਤੀ ਗਈ। ਪੀਅਰ ਪੋਲੀਏਵ ਕਹਿੰਦੇ ਵੀ ਸੀਸਸ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਉੱਤੇ ਯਕੀਨ ਨਹੀਂ, ਅਤੇ ਕਿਉਂਕਿ ਉਹਨਾਂ ਦਾ ਪ੍ਰਧਾਨ ਮੰਤਰੀ ਕੋਈ ਐਕਸ਼ਨ ਨਹੀਂ ਲੈ ਰਿਹਾ, ਉਹਨਾਂ ਨੇ ਜਾਣਬੁੱਝ ਕੇ ਰਿਪੋਰਟ ਲੀਕ ਕਰਤੀ। ਇਹ ਵੀ ਇੱਕ ਬਹੁਤ ਵੱਡਾ ਹੈਗਾ ਕਿ ਉਹ ਟਰਸਟ ਨਹੀਂ ਕਰ ਰਿਹਾ ਆਪਣੇ ਪ੍ਰਧਾਨ ਮੰਤਰੀ ਦੇ ਉੱਤੇ, ਅਤੇ ਜਿਹੜੀ ਇੰਟੈਲੀਜੈਂਸ ਬੋਡੀ ਆ ਉਹਨਾਂ ਨੇ ਜਾਣਬੁੱਝ ਕੇ ਰਿਪੋਰਟ ਲੀਕ ਕਰਤੀ ਵੀ ਲੋਕਾਂ 'ਚ ਜਾਊਗੀ, ਆਪੇ ਲੋਕਾਂ ਦਾ ਪ੍ਰੈਸ਼ਰ ਪਊਗਾ ਅਤੇ ਪ੍ਰਧਾਨ ਮੰਤਰੀ ਨੂੰ ਫਿਰ ਕੁਛ ਨਾ ਕੁਛ ਕਰਨਾ ਪਊਗਾ। ਹੁਣ ਇਹ ਚੀਜ਼ ਬੜੀ ਚਿੰਤਾਜਨਕ ਆ ਕਿ ਤੁਸੀਂ ਆਪਣੀ ਦੇਸ਼ ਦੇ ਇੰਟਰਸਟ ਦੇ ਵਿਰੁੱਧ ਕੰਮ ਕਰ ਰਹੇ ਆ ਅਤੇ ਆਪਣੇ ਲੋਕਾਂ ਦੇ ਵਿਰੁੱਧ ਕੰਮ ਕਰ ਰਹੇ, ਅਤੇ ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਆ ਉਹਨਾਂ ਨੂੰ ਤੁਸੀਂ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ। ਸਿੱਧਾ ਇਲਜ਼ਾਮ ਕੰਜ਼ਰਵੇਟਿਵ ਪਾਰਟੀ ਨੇ ਜਸਟਿਨ ਟਰੂਡੋ ਦੇ ਉੱਤੇ ਲਾਇਆ ਆ, ਅਤੇ ਇਹਦਾ ਹੁਣ ਜਵਾਬ ਕੀ ਦਿੰਦੇ ਆ ਉਹ। ਜਿਹੜੀ ਸੀਸਸ ਆ ਉਹ ਵੀ ਕਹਿੰਦੇ ਇੰਨੀ ਜ਼ਿਆਦਾ ਕੰਸਰਨਡ ਆ ਕਿ ਕੈਨੇਡਾ ਦੇ ਇੰਟਰਸਟ ਦੇ ਵਿਰੁੱਧ ਦੇ ਵਿੱਚ ਜਿਹੜੀ ਫੋਰਨ ਡਿਕਟੇਟਰਸ਼ਿਪ ਇੱਕ ਕੰਮ ਕਰ ਰਹੀ ਆ ਕਿ ਤੁਸੀਂ ਸਿੱਧਾ ਉਹ ਚੀਨ ਦੇ ਕਮਿਊਨਿਸਟਾਂ ਦੇ ਹੱਕ ਦੇ ਵਿੱਚ ਚੱਲ ਰਹੇ ਹੋ, ਕਿਉਂਕਿ ਉਹ ਤੁਹਾਡੀ ਮਦਦ ਕਰ ਰਹੇ ਅਤੇ ਕੰਜ਼ਰਵੇਟਿਵ ਨੂੰ ਹਰਾਉਣਾ ਚਾਹੁੰਦੇ ਆ, ਅਤੇ ਇਹਦੀ ਜਾਂਚ ਪੜਤਾਲ
ਹੋਣਾ ਚਾਹੀਦੀ ਆ। ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਕੋਲ ਦੁਬਾਰਾ ਡੈਮੋਕ੍ਰੇਸੀ ਦਾ ਕੰਟਰੋਲ ਚਾਹੁੰਦੇ ਹਾਂ, ਅਸੀਂ ਕੰਟਰੋਲ ਇੱਥੇ ਚਾਹੁੰਦੇ ਹਾਂ, ਨਾ ਕਿ ਕੋਈ ਫੋਰਨ ਡਿਕਟੇਟਰ, ਕੋਈ ਤਾਨਾਸ਼ਾਹ ਜਿਹੜਾ ਆ ਉਹ ਸਾਡੇ ਜਿਹੜੇ ਇੰਟਰਸਟ ਨੇ ਇਹਨਾਂ ਨੂੰ ਮੈਨੂਪੂਲੇਟ ਕਰ ਦੇਵੇ। ਉਹ ਕਹਿੰਦੇ ਅਸੀਂ ਜਿਹੜੇ ਜਾਣਦੇ ਆ ਇਸ ਗੱਲ ਨੂੰ ਕਿ ਜਸਟਿਨ ਟਰੂਡੋ ਐਡਮਾਇਰ ਕਰਦੇ ਆ ਜਿਹੜੀ ਬੇਸਿਕ ਕਮਿਊਨਿਸਟ ਡਿਕਟੇਟਰਸ਼ਿਪ ਆ ਉੱਥੇ ਬੀਜਿੰਗ ਦੇ ਵਿੱਚ, ਅਤੇ ਉਹਨਾਂ ਨੇ ਮਤਲਬ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਸਪੋਰਟ ਵੀ ਕਰਦੇ ਹੋਣ, ਅਤੇ ਇਹ ਵੀ ਹੈ ਕਿ ਉਹਨਾਂ ਨੂੰ ਉਹ ਜਿਹੜੇ ਡਿਕਟੇਟਰ ਉੱਥੇ ਬੈਠੇ ਆ ਚੀਨ ਦੇ ਵਿੱਚ, ਉਹ ਵੀ ਕੋਸ਼ਿਸ਼ ਕਰਦੇ ਆ ਵੀ ਇਹ ਪਾਵਰ ਦੇ ਵਿੱਚ ਜਸਟਿਨ ਟਰੂਡੋ ਹੀ ਬਣੇ ਰਹਿਣ। ਹੁਣ ਇਹ ਦੇਸ਼ਾਂ ਦੇ ਵੱਡੇ ਮਾਮਲੇ ਆ, ਅਤੇ ਇਹਦੇ ਵਿੱਚ ਕੱਲ੍ਹ ਮੰਗਲਵਾਰ ਨੂੰ 3 ਮੇਨ ਅਪੋਜੀਸ਼ਨ ਪਾਰਟੀਆਂ ਅਤੇ ਕੁਛ ਜਿਹੜੇ ਸਿਕਿਉਰਿਟੀ ਐਕਸਪਰਟ ਆ ਉਹ ਬਹੁਤ ਕ੍ਰਿਟੀਕਲ ਸੀਗੇ ਜਸਟਿਨ ਟਰੂਡੋ ਦੀ ਇਸ ਅਨਾਊਂਸਮੈਂਟ ਦੇ ਵਿੱਚ, ਜਿਹਦੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਇਲੈਕਟੋਰਲ ਜਿਹੜੀ ਇੰਟੈਗਰਿਟੀ ਸਿਸਟਮਸ ਹੈਗੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਫੋਰਨ ਇੰਟਰਫੀਅਰੈਂਸ 19 ਦੇ ਵਿੱਚ 21 ਦੇ ਵਿੱਚ ਹੋਈ ਆ, ਅਤੇ ਮੀਡੀਆ ਰਿਪੋਰਟਸ ਕੁਛ ਸਾਹਮਣੇ ਆਈਆਂ ਜਿਨ੍ਹਾਂ ਨੇ ਸਾਰਾ ਕੁਛ ਦੱਸਿਆ ਆ। ਜਿਹੜੇ ਟਰੂਡੋ ਦੇ ਪੋਲੀਟੀਕਲ ਰਾਜਨੀਤਿਕ ਵਿਰੋਧੀ ਆ ਉਹ ਇਹ ਵੀ ਕਹਿੰਦੇ ਆ ਕਿ ਜਿਹੜੀ ਸਿਕਿਉਰਿਟੀ ਜਿਹੜੀ ਕਲੀਅਰ ਹੋਈ ਆ ਕਮੇਟੀ ਮੈਂਬਰ ਪਾਰਲੀਮੈਂਟ ਦੀ ਅਤੇ ਸੈਨੇਟਰਸ ਦੀ, ਉਹਨਾਂ ਦੇ ਵਿੱਚ ਪਬਲਿਕ ਅਤੇ ਜਿਹੜੀ ਇੰਡੀਪੈਂਡੈਂਟ ਇਨਕੁਆਇਰੀ ਚਾਹੀਦੀ ਆ, ਅਤੇ ਇਹ ਵੀ ਆ ਕਿ ਇਹ ਹੁਣ ਵੱਡੇ ਪੱਧਰ ਦੇ ਉੱਤੇ ਹੋਣੀ ਚਾਹੀਦੀ ਹੈ। ਜੋ ਕੁਛ ਕੀਤਾ ਜਾ ਰਿਹਾ ਉਹ ਤੋਂ ਇਹ ਖੁਸ਼ ਨਹੀਂ ਹੈ। ਕੰਜ਼ਰਵੇਟਿਵ ਲੀਡਰ ਨੇ ਇਹ ਵੀ ਕਿਹਾ ਕਿ ਇਹ ਫੇਕ ਜੋਬ ਆ। ਬਲਾਕ ਕੁਇਕਵਾ ਪਹਿਲਾਂ ਮੰਗ ਕਰ ਰਹੀ ਹੈ, NDP ਆਗੂ ਜਗਮੀਤ ਸਿੰਘ ਮੰਗ ਕਰ ਰਹੇ ਆ। ਪ੍ਰੈਸ਼ਰ ਬਹੁਤ ਵੱਡਾ ਜਸਟਿਨ ਟਰੂਡੋ ਦੇ ਉੱਤੇ ਆ, ਪਰ ਇਹ ਕਹਿਣਾ ਹੁਣ ਨਵੀਆਂ ਗੱਲਾਂ ਜਿਹੜੀਆਂ ਨਿੱਤ ਸਾਹਮਣੇ ਆ ਰਹੀਆਂ ਕਿ ਤੁਸੀਂ ਸਿੱਧਾ ਜਸਟਿਨ ਟਰੂਡੋ ਆਪਣੇ ਦੇਸ਼ ਦੇ ਵਿਰੁੱਧ ਕੰਮ ਕਰ ਰਹੇ ਆ, ਅਤੇ ਸੀਸਜ਼ ਨੇ ਰਿਪੋਰਟ ਜਾਣਬੁੱਝ ਕੇ ਲੀਕ ਕੀਤੀ ਹੈ ਕਿਉਂਕਿ ਉਹਨੂੰ ਪ੍ਰਧਾਨ ਮੰਤਰੀ ਦੇ ਉੱਤੇ ਯਕੀਨ ਨਹੀਂ ਆ। ਇਹ ਸੱਚਮੁੱਚ ਬਹੁਤ ਚਿੰਤਾ ਵਾਲੀਆਂ ਗੱਲਾਂ ਨੇ। ਇਹਦੀ ਇਨਕੁਆਇਰੀ ਪਬਲਿਕ ਅਤੇ ਓਪਨ ਇਨਕੁਆਇਰੀ ਜਿਹੜੀ ਹੋਣੀ ਚਾਹੀਦੀ ਆ, ਇਹ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਸਕੇ। ਕੌਣ ਇਨਵੋਲਵ ਸੀ, ਕਿਹਦੀ ਮਦਦ ਕਰ ਰਿਹਾ ਸੀ, ਕੌਣ ਕਰ ਰਿਹਾ ਸੀ, ਅਤੇ ਇਹ ਉਹਨਾਂ ਨੂੰ ਕਰਨੀ ਚਾਹੀਦੀ ਹੈ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਜਾਂ ਜਿਨ੍ਹਾਂ ਨੂੰ ਯਕੀਨ ਆ ਕਿ ਆਹ ਬੰਦੇ ਸਹੀ ਕਰ ਸਕਦੇ ਆ, ਨਾ ਕਿ ਸਾਰੀ ਧਿਰ ਸਰਕਾਰ ਦੀ ਹੋਵੇ ਜਿਹੜੀ ਕਿ ਇਹਦੀ ਇਨਕੁਆਇਰੀ ਕਰੇ, ਅਤੇ ਉਹਦੇ ਵਿੱਚ ਵੀ ਇਸ ਗੱਲ ਦੇ ਚਾਂਸਿਸ ਆ ਕਿ ਉਹ ਆਪਣੇ ਹੱਕ ਦੀ ਗੱਲ ਜ਼ਿਆਦਾ ਕਰ ਸਕਦੇ ਆ ਜਾਂ ਆਪਣੇ ਆਪ ਨੂੰ ਇਹਦੇ ਵਿੱਚੋਂ ਬਚਾ ਸਕਦੇ ਆ। ਦੋਸਤੋ, ਅਗਲੀ ਖਬਰ ਨੋਵਾ ਸਕੋਸ਼ੀਆ ਤੋਂ ਆ। ਨੋਵਾ ਸਕੋਸ਼ੀਆ ਨੇ ਇੱਕ ਪਹਿਲ ਕੀਤੀ ਆ। ਪਹਿਲ ਇਹ ਕੀਤੀ ਆ ਕਿ ਜਿਹੜੇ ਡਾਕਟਰ ਬਾਹਰ ਆਇਆ ਉਹਨਾਂ ਨੂੰ ਉਹ ਕਹਿੰਦੇ ਸਰਟੀਫਿਕੇਸ਼ਨ ਦੇਣ ਵਾਲਾ ਕੰਮ ਸੌਖਾ ਕਰਤਾ ਵੀ ਜਿਹੜਾ ਅਮਰੀਕਾ 'ਚ ਡਾਕਟਰ ਆ ਉਹ ਕੈਨੇਡਾ 'ਚ ਵੀ ਡਾਕਟਰ ਆ, ਅਤੇ ਉਹਨੂੰ ਕਹੋ ਸਿੱਧਾ ਆ ਕੇ ਮਰੀਜ਼ਾਂ ਦਾ ਇਲਾਜ ਕਰੇ, ਉਹਨੂੰ ਲੰਬੇ ਚੱਕਰਾਂ ਦੇ ਵਿੱਚ ਨਹੀਂ ਪਾਉਣਾ। ਜਿਹੜਾ ਸਰਟੀਫਿਕੇਸ਼ਨ ਐਗਜ਼ਾਮ ਆ ਰਾਇਲ ਕਾਲਜ ਦੇ ਵਿੱਚ ਕੰਮ ਕਰਨ ਦੇ ਲਈ, ਜਿਹੜਾ ਨੋਵਾ ਸਕੋਸ਼ੀਆ ਦੇ ਵਿੱਚ ਕੰਮ ਕਰਨਾ ਹੋਵੇ ਉਹ ਐਗਜ਼ਾਮ ਲਿਖਣਾ ਪੈਂਦਾ, ਉਹ ਕਹਿੰਦੇ ਲੋੜ ਹੀ ਨਹੀਂ। ਇਹ ਪਹਿਲਾ ਪ੍ਰੋਵਿੰਸ ਬਣ ਗਿਆ ਕੈਨੇਡਾ ਦੇ ਵਿੱਚ ਜਿਹੜੀ ਫਿਜ਼ੀਸ਼ੀਅਨ ਸ਼ਾਰਟੇਜ ਆ ਉਹਦੇ ਉੱਤੇ ਇਹਨਾਂ ਨੇ ਸਖਤ ਐਕਸ਼ਨ ਲਿਆ। ਡਾਕਟਰ ਹੈ ਨਹੀਂ ਕੈਨੇਡਾ ਦੇ ਕੋਲ, ਆਪਾਂ ਸਾਰੇ ਜਾਣਦੇ ਹਾਂ। ਫੈਮਿਲੀ ਫਿਜ਼ੀਸ਼ੀਅਨ ਲੱਖਾਂ ਮਿਲੀਅਨਸ ਜਿਹੜੇ ਲੋਕ ਨੇ ਉਹ ਬਿਨਾਂ ਡਾਕਟਰ ਤੋਂ ਤੁਰੇ ਫਿਰਦੇ ਆ। 12-14 ਲੱਖ ontario ਦੇ ਵਿੱਚ, 10-11 ਲੱਖ ਇੱਥੇ BC ਦੇ ਵਿੱਚ, ਅਤੇ ਬਾਕੀ ਸੂਬਿਆਂ ਦੇ ਵਿੱਚ ਵੀ। ਨੋਵਾ ਇਹਦਾ ਚੱਕਰ ਇਹ ਆ ਵੀ ਜਿਹੜੇ ਡਾਕਟਰ ਤਾਂ ਹੈਗੇ ਆ ਇੱਥੇ ਵਾਲੇ ਤਾਂ ਲਿਮਟਿਡ ਸਕੂਲ ਆ, ਲਿਮਟਿਡ ਸੀਟਾਂ ਮੈਡੀਕਲ ਸਕੂਲ, ਉਨੇ ਕੀ ਡਾਕਟਰ ਬਣ ਕੇ ਆਉਂਦੇ ਆ, ਬਾਕੀ ਇੱਧਰ ਉੱਧਰ ਨਿਕਲ ਜਾਂਦੇ ਆ। ਥੋੜ੍ਹੇ ਜਿਹੇ ਜਿਹੜੇ ਇਸ ਕੰਮ ਦੇ ਵਿੱਚ ਆਉਂਦੇ ਆ। ਹੁਣ ਹੱਲ ਇਹਦਾ ਕੀ ਸੀ ਕਿ ਜਿਹੜੇ ਬਾਹਰਲੇ ਡਾਕਟਰ ਪੜ੍ਹਾਈ ਕਰਕੇ ਇੱਥੇ ਆਏ ਆ, ਕੋਈ ਟਰੱਕ ਚਲਾਉਣ ਲੱਗਾ ਆ ਅਤੇ ਕੋਈ ਡਾਲਰ ਸਟੋਰ ਦੇ ਉੱਤੇ ਬਿੱਲ ਕੱਟਣ ਲੱਗਾ ਆ, ਉਹਨਾਂ ਡਾਕਟਰਾਂ ਨੂੰ ਇੱਥੇ ਡਾਕਟਰ ਬਣਾ ਲਿਆ ਜਾਵੇ। ਉਹਨਾਂ ਨੂੰ ਬਣਾਉਣ ਦੇ ਲਈ ਪ੍ਰੋਸੀਜਰ ਬਹੁਤ ਕੰਪਲੀਕੇਟਡ ਆ। ਨੋਵਾ ਸਕੋਸ਼ੀਆ ਨੇ ਇਹ ਪਹਿਲ ਕੀਤੀ ਆ ਕਿ ਪਹਿਲਾ ਪ੍ਰੋਵਿੰਸ ਬਣ ਗਿਆ ਜਿਨ੍ਹਾਂ ਨੇ ਇਹਨੂੰ ਬਹੁਤ ਮਤਲਬ ਜ਼ਬਰਦਸਤ ਤਰੀਕੇ ਦੇ ਨਾਲ ਐਡਰੈਸ ਕੀਤਾ। ਜਿਹੜਾ CEO ਹੈ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨਸ ਆਫ ਨੋਵਾ ਸਕੋਸ਼ੀਆ, ਉਹ ਕਹਿੰਦੇ ਜਿਹੜੇ ਅਮਰੀਕਨ ਡਾਕਟਰ ਆ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਆ ਬਹੁਤ ਸਾਰੇ ਸਾਲਾਂ ਤੋਂ, ਅਤੇ ਉਹ ਨੋਵਾ ਸਕੋਸ਼ੀਆ ਦੇ ਵਿੱਚ ਮੂਵ ਹੋਣਾ ਚਾਹੁੰਦੇ ਆ, ਪਰ ਜੇ ਉੱਥੇ ਟੈਸਟ ਨਾ ਹੋਵੇ, ਅਤੇ ਜੇ ਤੁਸੀਂ ਉਹਨਾਂ ਦੇ ਟੈਸਟ ਲੈਣ ਲੱਗ ਪਏ ਤਾਂ ਉਹ ਫਿਰ ਚਲੇ ਜਾਂਦੇ ਆ। ਹੁਣ ਉਹ ਕਹਿੰਦੇ ਅਸੀਂ ਕਰ ਇਹ ਰਹੇ ਹਾਂ ਕਿ ਉਹਨਾਂ ਨੂੰ ਇੱਥੇ ਲਿਆ ਰਹੇ ਹਾਂ, ਅਤੇ ਜਿਹੜਾ ਪ੍ਰੋਵੀਜ਼ਨਲ ਲਾਇਸੈਂਸ ਆ ਉਹਨਾਂ ਨੂੰ ਦੇ ਰਹੇ ਹਾਂ, ਅਤੇ ਐਗਜ਼ਾਮ ਪਾਸ ਕਰਨ ਦੇ ਲਈ ਉਹਨਾਂ ਨੂੰ ਮਤਲਬ ਜਿਹੜੀ ਹੋਰ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ। ਅਤੇ ਇੱਕ ਵੱਡਾ ਸਟੈਪ ਨੋਵਾ ਸਕੋਸ਼ੀਆ ਦੇ ਵਿੱਚ ਲਿਆ ਗਿਆ। ਜਿਹੜੇ ਹੈਲਥ ਕੇਅਰ ਦੇ ਲੋਕ ਸਟਰਗਲ ਕਰ ਰਹੇ ਆ, ਉਹ ਕਹਿੰਦੇ ਸਾਡੇ ਲਈ ਜਿਹੜੀ ਬਹੁਤ ਇਹ ਮਹੱਤਵਪੂਰਨ ਚੀਜ਼ ਹੈ ਜਿਹੜੀ ਸਾਨੂੰ ਚਿੰਤਾ ਪੈਦਾ ਕਰਦੀ ਹੈ, ਅਤੇ ਇਹ ਅਸੀਂ ਫੈਸਲਾ ਆਪਣੀ ਜਨਤਾ ਦੇ ਭਲੇ ਦੇ ਲਈ ਲਿਆ ਆ। ਅਤੇ ਇਹ ਵੀ ਆ ਕਿ ਜਿਹੜਾ ਕਾਲਜ ਆ ਇਹਨੂੰ ਰੂਲਿੰਗ ਨੂੰ ਦੂਜੇ ਰੀਜਨਸ ਦੇ ਵਿੱਚ ਐਕਸਪੈਂਡ ਕਰ ਰਿਹਾ, ਅਤੇ ਹੁਣ ਇਸ ਮਾਮਲੇ ਦੇ ਵਿੱਚ ਕਿੰਨੇ ਕੁ ਫਿਜ਼ੀਸ਼ੀਅਨ ਉੱਥੇ ਆਉਂਦੇ ਆ ਅਤੇ ਕਿੰਨਾ ਕੁ ਫਾਇਦਾ ਹੁੰਦਾ ਆ।
ਜਿਹੜੇ ਨੋਵਾ ਸਕੋਸ਼ੀਆ ਦੇ ਹੈਲਥ ਡਾਇਰੈਕਟਰ ਆਫ ਫਿਜ਼ੀਸ਼ੀਅਨ ਰਿਕਰੂਟਮੈਂਟ ਹੈਗੇ ਆ, ਉਹ ਕਹਿੰਦੇ ਕਿ ਅਸੀਂ ਇਸ ਗੱਲ ਦੇ ਨਾਲ ਬਹੁਤ ਖੁਸ਼ ਹਾਂ ਕਿ ਜਿਹੜੇ ਇੱਥੇ ਅਸੀਂ ਰਿਕਰੂਟ ਕਰ ਸਕਦੇ ਹਾਂ। ਉਹ ਕਹਿੰਦੇ ਸਾਡੇ ਕੋਲ ਕਿੰਨੇ ਹੀ ਅਮਰੀਕਨ ਜਿਹੜੇ ਫਿਜ਼ੀਸ਼ੀਅਨ ਹੈਗੇ ਆ ਜਿਨ੍ਹਾਂ ਨੇ ਇੱਥੇ ਨੋਵਾ ਸਕੋਸ਼ੀਆ ਦੇ ਵਿੱਚ ਪ੍ਰੈਕਟਿਸ ਸਟਾਰਟ ਕੀਤੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ, ਅਤੇ ਉਹ ਕਹਿੰਦੇ ਹੁਣ ਸਾਨੂੰ ਉਹਦੀ ਵੀ ਮਦਦ ਹੋਊਗੀ ਅਤੇ ਹੋਰ ਡਾਕਟਰ ਵੀ ਇੱਥੇ ਆਉਣਗੇ। ਅਸੀਂ ਮਤਲਬ ਇਹਦੇ ਨਾਲ ਲੋਕਾਂ ਦਾ ਜਿਹੜਾ ਕਾਫੀ ਜ਼ਿਆਦਾ ਭਲਾ ਹੋਊਗਾ। ਹੋ ਸਕਦਾ ਜੋ ਕੁਛ ਅੱਜ ਨੋਵਾ ਸਕੋਸ਼ੀਆ ਨੇ ਕੀਤਾ ਡਾਕਟਰਾਂ ਨੂੰ, ਬਾਹਰਲੇ ਡਾਕਟਰਾਂ ਨੂੰ ਇੱਥੇ ਕਰਨ ਦੇ ਲਈ, ਉਹ ਜਿਹੜੇ ਦੂਜੇ ਹੈਗੇ ਆ ਉਹ ਵੀ ਇਹਨੂੰ ਕਰਨ, ਇਹਦਾ ਫੈਸਲਾ ਲੈਣ, ਅਤੇ ਉਹ ਵੀ ਇਹਦੇ ਵਿੱਚ ਕੁਛ ਨਾ ਕੁਛ ਸੌਖ ਕਰਨਗੇ, ਅਤੇ ਬਾਕੀ ਜਿਹੜੇ ਹੈਗੇ ਆ ਉਹ ਵੀ ਇਹਨਾਂ ਬੈਰੀਅਰਸ ਨੂੰ ਹਟਾ ਕੇ ਅਤੇ ਇੱਥੇ ਲੋਕਾਂ ਦੇ ਲਈ ਜਿਹੜਾ ਉਹਨਾਂ ਦੀ ਬੈਨੀਫਿਟ ਆ ਇਹਦੇ ਨਾਲ ਲੋਕਾਂ ਨੂੰ ਉਹ ਜ਼ਰੂਰ ਹੋਊਗਾ ਕਿ ਡਾਕਟਰ ਘੱਟੋ ਘੱਟ ਉਹਨਾਂ ਨੂੰ ਮਿਲਣ ਲੱਗ ਜਾਣਗੇ। ਦੋਸਤੋ, ਇੱਕ ਹੋਰ ਖਬਰ, ਜਿਹੜੇ ਸਾਬਕਾ ਕੈਬਨਿਟ ਮਿਨਿਸਟਰ ਸੀਗੇ ਮਾਰਕ ਗਾਰਨੋ, ਉਹਨਾਂ ਨੇ ਅੱਜ ਆਪਣੀ ਸੀਟ ਤੋਂ ਰਿਜ਼ਾਈਨ ਕਰ ਦਿੱਤਾ। ਅੱਜ ਉਹਨਾਂ ਨੇ 74 ਸਾਲਾਂ ਦੇ ਨੇ ਇਹ ਮਾਰਕ ਗਾਰਨੋ। ਪਹਿਲਾਂ ਇਹ ਪੁਲਾੜ ਯਾਤਰੀ ਵੀ ਰਹਿ ਚੁੱਕੇ ਆ, ਐਸਟਰੋਨੌਟ ਸੀਗੇ। ਕੁਬੈਕ ਦੀ ਨੋਟਰੋਡਮ ਡੀ ਗ੍ਰੇਸ ਵੈਸਟਮਾਊਂਟ ਰਾਈਡਿੰਗ ਤੋਂ 2008 ਦੇ ਵਿੱਚ ਲਿਬਰਲ MP ਬਣੇ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਹੜੀ ਲਿਬਰਲ ਸਰਕਾਰ ਆ ਉਹਦੇ 15 ਤੋਂ 21 ਦੇ ਸਮੇਂ ਦੇ ਦੌਰਾਨ ਗਾਰਨੋ ਟਰਾਂਸਪੋਰਟ ਮੰਤਰੀ ਵੀ ਰਹੇ ਆ। ਉਸ ਤੋਂ ਬਾਅਦ 21 ਤੋਂ ਬਾਅਦ ਜਨਵਰੀ 21 ਤੋਂ ਲੈ ਕੇ ਅਕਤੂਬਰ 21 ਤੱਕ ਉਹ ਸਾਡੇ ਫੋਰਨ ਮਿਨਿਸਟਰ ਵੀ ਰਹੇ ਆ। ਅੱਜ ਸਵੇਰੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਰਿਟਾਇਰਮੈਂਟ ਬਾਰੇ ਪੱਤਰਕਾਰਾਂ ਜਿਹੜੀ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਪਹਿਲਾਂ ਕਾਕਸ ਦੇ ਵਿੱਚ ਉਹ ਕਹਿੰਦੇ ਪਹਿਲਾਂ ਗੱਲ ਕਰਨੀ ਆ। 1984 ਦੇ ਵਿੱਚ ਪਹਿਲੇ ਕੈਨੇਡੀਅਨ ਸੀਗੇ ਜਿਹੜੇ ਪੁਲਾੜ ਯਾਤਰਾ ਕਰਦੇ ਸੀ। ਐਡੇ ਵੱਡੇ ਸਾਇੰਟਿਸਟ ਨੇ ਇਹ, ਅਤੇ ਜਿਹੜੇ ਐਸਟਰੋਨੌਟ ਪ੍ਰੋਗਰਾਮ ਦੇ ਡਿਪਟੀ ਡਾਇਰੈਕਟਰ ਵੀ ਨਿਯੁਕਤ ਕੀਤੇ ਗਏ ਸੀ। ਉਹ ਤੋਂ ਪਹਿਲਾਂ ਇਹ ਕੈਨੇਡੀਅਨ ਨੇਵੀ ਦੇ ਵਿੱਚ ਰਹੇ ਆ, ਅਤੇ 1974 ਤੋਂ ਲੈ ਕੇ 99 ਤੱਕ ਨੇਵੀ ਦੇ ਵਿੱਚ ਇਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਆ। ਕਿਊਬਿਕ ਤੋਂ ਮੈਂਬਰ ਪਾਰਲੀਮੈਂਟ ਅਤੇ ਇਨਵਾਇਰਮੈਂਟ ਮਿਨਿਸਟਰ ਸਟੀਵਨ ਗਿਲਬੋ ਨੇ ਜਿਹੜਾ ਮੀਡੀਆ ਦੇ ਸਵਾਲਾਂ ਦੇ ਵਿੱਚ ਇਹ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਮੈਂ ਰਾਜਨੀਤੀ ਤੋਂ ਆਉਣ ਤੋਂ ਪਹਿਲਾਂ ਤੋਂ ਗਾਰਨੋ ਨੂੰ ਜਾਣਦਾ ਅਤੇ ਉਹਨਾਂ ਦਾ ਸਤਿਕਾਰ ਕਰਦਾ, ਵੀ ਇਹ ਇੱਕ ਇਹੋ ਜਿਹੇ ਕੈਨੇਡੀਅਨ ਆ ਜਿਹੜੇ ਪੁਲਾੜ ਵਿੱਚ ਗਏ ਸੀ ਅਤੇ ਕੈਨੇਡਾ ਦਾ ਲੰਬਾ ਸਮਾਂ ਉਹਨਾਂ ਨੇ ਇਹ ਕੰਮ ਕੀਤਾ। ਸੋ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਗਾਰਨੋ ਨੇ ਕਿ ਮੈਂ ਰਿਟਾਇਰਮੈਂਟ ਲੈ ਰਿਹਾ। 13 ਦੀ ਜਿਹੜੀ ਲੀਡਰਸ਼ਿਪ ਰੇਸ ਦੇ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਸੀ। ਜਸਟਿਨ ਟਰੂਡੋ ਜਦੋਂ ਲੀਡਰ ਬਣੇ ਆ ਉਸ ਵੇਲੇ ਇਹ ਗਾਰਨੋ ਵੀ ਲੀਡਰਸ਼ਿਪ ਦੌੜ ਦੇ ਵਿੱਚ ਸੀਗੇ। ਜੇ ਇਹ ਜਿੱਤ ਜਾਂਦੇ ਤਾਂ ਇਹ ਪ੍ਰਧਾਨ ਮੰਤਰੀ ਬਣ ਸਕਦੇ ਸੀ, ਪਰ ਇਹਨਾਂ ਨੇ ਜਸਟਿਨ ਟਰੂਡੋ ਦੀ ਹਮਾਇਤ ਕਰਕੇ ਆਪ ਵਾਪਸ ਆ ਗਏ ਸੀ ਕਿ ਮੈਂ ਆਪਣੀ ਇਹਨਾਂ ਨੂੰ ਹਮਾਇਤ ਦਿੰਦਾ ਆ। ਹੁਣ ਹਾਊਸ ਆਫ ਕਾਮਨਸ ਦੇ ਵਿੱਚ 5 ਸੀਟਾਂ ਖਾਲੀ ਹੋ ਜਾਣੀਆਂ। ਜਿਹੜੇ ਕੰਜ਼ਰਵੇਟਿਵ ਇੰਟਰਮ ਲੀਡਰਸ ਨੇ ਕੈਂਡਿਸ ਬਰਨ ਅਤੇ ਮੈਨੀਟੋਬਾ ਦੀ ਪੋਰਟੇਜ ਲੇਗਰਸ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਸੀ, ਉਹਨਾਂ ਨੇ ਪਿਛਲੇ ਮਹੀਨੇ ਰਿਜ਼ਾਈਨ ਕਰ ਦਿੱਤਾ ਸੀ। ਮੈਨੀਟੋਬਾ ਦੀ ਰਾਈਡਿੰਗ ਦੇ ਵਿਨੀਪੈਗ ਸਾਊਥ ਸੈਂਟਰ ਦੇ ਨੁਮਾਇੰਦੇ ਤੇ ਜਿਹੜੇ ਪਹਿਲਾ ਮਿਨਿਸਟਰ ਰਹਿ ਚੁੱਕੇ ਆ ਜਿਮ ਕਾਰ ਦੀ ਮੌਤ ਹੋ ਗਈ ਸੀ, ਉਹਨਾਂ ਦੀ ਸੀਟ ਵੀ ਖਾਲੀ ਹੋਈ ਸੀ। ਜਿਹੜਾ ਅਲਬਰਟਾ ਦੀ ਕੈਲਗਰੀ ਹੈਰੀਟੇਜ ਰਾਈਡਿੰਗ ਅਤੇ ਅੰਟਾਰੀਓ ਦੀ ਜਿਹੜੀ ਆਕਸਫੋਰਡ ਰਾਈਡਿੰਗ ਆ ਉਹਦੀਆਂ ਵੀ ਜਿਹੜੀਆਂ ਇਹ ਬਾਈ ਇਲੈਕਸ਼ਨ ਆ ਉਹ ਹੋਣੀ। ਸੋ ਦੋਸਤੋ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਤੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਕੱਲ੍ਹ ਦੀਆਂ ਨਵੀਆਂ ਤਾਜ਼ੀਆਂ ਗੱਲਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।